ਵਿਦਿਨ ਏ ਵੀਕ ਮੇਰੀ ਸਾਰੀ ਸਟਰੈਂਥ ਲੋਸ ਹੋ ਗਈ ਸੀ। ਮਤਲਬ ਮੈਂ ਕਹਿ ਦਈਏ ਵੀ ਹਿੱਲ ਵੀ ਨਹੀਂ ਸਕਦਾ ਸੀ। ਮੈਂ ਇੱਕ ਇੱਦਾਂ ਦਾ ਦਿਨ ਸੀਗਾ ਜਿੱਦਾਂ ਮੈਂ ਰਾਤ ਨੂੰ ਪਿਆ ਅਤੇ ਨੈਕਸਟ ਮੋਰਨਿੰਗ ਮੈਂ ਤੋਂ ਉੱਠ ਨਹੀਂ ਹੋਇਆ। ਘਰਦਿਆਂ ਨੇ ਫੜ ਕੇ ਉਠਾਇਆ ਅਤੇ ਉਠਾ ਕੇ ਜਦੋਂ ਉਹਨਾਂ ਨੇ ਛੱਡਿਆ ਮੈਂ ਜਦੀ ਡਿੱਗ ਪਿਆ ਥੱਲੇ। ਜਦੋਂ ਤੁਸੀਂ ਥੈਰੇਪੀ ਕਰਵਾਉਣ ਜਾਂਦੇ ਸੀ ਤਾਂ ਤੁਹਾਨੂੰ ਕਿਹਾ ਗਿਆ ਸੀਗਾ ਕਿ ਕਟਿੰਗ ਕਰਾ ਲਓ। ਨਾ ਘਰ ਦੇ ਮੰਨੇ, ਨਾ ਮੇਰਾ ਅੰਦਰੋਂ ਦਿਲ ਮੰਨਦਾ ਸੀ ਵੀ ਇਹ ਕੰਮ ਨਹੀਂ ਕਰਨਾ ਹੈਗਾ। ਬਿਕੋਜ਼ ਮੈਂ ਉਸ ਟਾਈਮ ਤਾਂ ਘੱਟ ਸੀ, ਅੱਜ ਦੇ ਟਾਈਮ 'ਤੇ ਵੱਧ ਹਾਂ। ਬਟ ਉਦੋਂ ਵੀ ਮੈਂ ਉਸ ਤੋਂ ਮਤਲਬ ਕਹਿ ਦਈਏ ਵੀ 10th ਤੋਂ ਪਹਿਲਾਂ ਮੈਂ ਬਹੁਤ ਧਰਮ ਦੇ ਨਾਲ ਜੁੜਿਆ ਹੋਇਆ ਸੀਗਾ। ਠੀਕ ਆ, ਮੈਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੜ੍ਹਦਾ ਰਹਿੰਦਾ ਹੁੰਦਾ ਸੀ, ਗੁਰੂ ਨਾਨਕ ਦੇਵ ਜੀ ਦੇ ਬਾਰੇ ਪੜ੍ਹਦਾ ਰਹਿੰਦਾ ਹੁੰਦਾ ਸੀ। ਔਖੇ ਸੌਖੇ ਟਾਈਮ ਕੱਢ ਲਿਆ, ਬਟ ਇੱਥੇ ਤੱਕ ਪਹੁੰਚ ਕੇ ਦੇਖੋ ਅੱਜ ਫਿਰ ਵੀ ਸਿਰ 'ਤੇ ਵਾਲ ਹੈਗੇ ਆ। ਪਤਾ ਲੱਗਿਆ ਕਿ ਕਿਉਂ ਸ਼ੁਰੂ ਹੋਈ ਸੀਗੀ ਇਹ ਪ੍ਰੋਬਲਮ, ਕੀ ਕਾਰਨ ਰਿਹਾ ਇਹਦੇ ਪਿੱਛੇ? ਕਈਆਂ ਨੂੰ ਇਸ ਚੀਜ਼ ਦਾ ਮਤਲਬ ਕਹਿ ਦਈਏ ਇਫੈਕਟ ਹੋਰ ਹੁੰਦਾ, ਕਈ ਟੋਟਲੀ ਪੈਰਾਲਾਈਜ਼ ਹੋ ਜਾਂਦਾ ਜਿਹਦੇ ਵਿੱਚ ਅੰਗ ਖੜ੍ਹ ਹੀ ਜਾਂਦਾ। ਮਤਲਬ ਮੇਰੀ ਸਟਰੈਂਥ ਲੋਸ ਹੋਈ ਸੀ, ਉਹਨਾਂ ਦਾ ਅੰਗ ਖੜ੍ਹ ਜਾਂਦਾ, ਲੈਫਟ ਸਾਈਡ ਖੜ੍ਹ ਜਾਂਦੀ ਹੈ, ਕਈਆਂ ਦੀ ਰਾਈਟ ਸਾਈਡ ਖੜ੍ਹ ਜਾਂਦੀ ਆ, ਅਤੇ ਕਈਆਂ ਦੀ ਨੀਚੇ ਵਾਲੇ ਲੋਅਰ ਬੋਡੀ ਦੀ ਪਾਵਰ ਚਲੀ ਜਾਂਦੀ ਹੈ ਅਤੇ ਮੇਰੀ ਹੋਲ ਬੋਡੀ ਦੀ ਪਾਵਰ ਗਈ ਸੀ। ਐਵਰੀ ਟਾਸਕ ਜਿਹੜਾ ਛੋਟਾ ਮੋਟਾ ਫਿਜ਼ੀਕਲ ਐਕਟੀਵਿਟੀਆਂ ਪਰਫੋਰਮ ਕਰਨੀਆਂ ਹਰੇਕ ਦੀ ਬੋਡੀ ਨੇ ਹੀ ਹੋਇਆ। ਹਰੇਕ ਹਿਊਮਨ ਬੀਨ ਨੇ ਜਿਹੜੀ ਬੇਸਿਕ ਜਿਹੀਆਂ ਚੀਜ਼ਾਂ ਨੇ, ਬਰੱਸ਼ ਕਰਨਾ, ਵਾਸ਼ਰੂਮ ਤੱਕ ਜਾਣਾ, ਨਹਾਉਣਾ ਕਰਨਾ, ਇਹ ਸਭ ਕੁਝ ਕਰਦੇ ਰਹੇ ਆ ਅਪਰੋਕਸ 3 ਸਾਲ ਤੱਕ। ਮੈਂ 2018 ਤੱਕ ਡੈਡ ਸੀ ਅਤੇ 18 ਤੱਕ ਮੇਰੀ ਇੰਗਲਿਸ਼ ਜ਼ਿਆਦਾ ਵਧੀਆ ਨਹੀਂ ਸੀਗੀ। ਉਸ ਤੋਂ ਬਾਅਦ ਇੰਗਲਿਸ਼ ਲੈਂਗੁਏਜ ਮੇਰੀ ਗੁੱਡ ਹੋਈ ਤਾਂ ਮੈਂ ਰਿਸਰਚਿਸ ਵਗੈਰਾ ਕਰਨ ਲੱਗਿਆ, ਆਰਟੀਕਲਸ ਪੜ੍ਹਨ ਲੱਗਿਆ, ਡਾਕਟਰਸ ਦੇ ਮਤਲਬ ਆਰਟੀਕਲਸ ਪੜ੍ਹਨ ਲੱਗਿਆ, ਡਾਕਟਰਸ ਦੀ ਰਿਸਰਚਿਸ ਪੜ੍ਹਨ ਲੱਗਿਆ। ਇਹ ਸਾਰਾ ਕੁਝ ਪੜ੍ਹਨ ਤੋਂ ਬਾਅਦ ਮੈਨੂੰ ਇੱਕ ਚੀਜ਼ ਪਤਾ ਲੱਗੀ ਕਿ ਸਭ ਤੋਂ ਪਹਿਲਾਂ ਤਾਂ ਵੇਟ ਲੋਸ ਕੀਤਾ ਜਾਵੇ, ਉਸ ਤੋਂ ਬਾਅਦ ਹੌਲੀ ਹੌਲੀ ਸਟਰੈਂਥ ਬਿਲਡ ਹੋਊਗੀ। ਜੀ, ਉਸ ਟਾਈਮ ਤੁਹਾਡਾ weight ਕਿੰਨਾ ਸੀਗਾ? ਮੈਮ ਜਦ ਮੈਂ ਬਿਮਾਰ ਹੋਇਆ ਉਦੋਂ 75 to 80 ਸੀਗਾ ਮੇਰਾ weight, ਅਤੇ ਉਸ ਤੋਂ ਬਾਅਦ ਬੈਠਣ ਕਰਕੇ 3 years ਇਹ 95 ਤੱਕ ਚਲੇ ਗਿਆ ਸੀ। ਕੋਈ ਮੈਡੀਸਨ ਨਹੀਂ, 100% ਪਿਓਰ ਡਾਈਟ ਲਿੱਤੀ, ਪੂਰੀ ਕਲੀਨ ਡਾਈਟ ਲਿੱਤੀ ਆ, ਮਤਲਬ ਸਟਰੈਂਥ ਬੇਸਿਸ 'ਤੇ। ਬਟ 10% ਵੀਕਲੀ ਜਾਂ ਫਿਰ ਕਹਿ ਦਈਏ 10% ਮੰਥਲੀ, 20% ਮੈਂ ਗਲਤ ਵੀ ਖਾਂਦਾ ਸੀ, ਲਾਈਕ ਬਰਗਰ ਪੀਜ਼ਾ ਉਹ ਇੰਕਲੂਡ ਕਰਦਾ ਸੀ ਐਜ਼ ਵੀ ਇਹਨੂੰ ਕਰੇਵ ਨਾ ਹੋਵੇ, ਮੈਂ ਸਟ੍ਰਿਕਟਲੀ ਫੋਲੋ ਨਾ ਕਰਾਂ। ਜੇ ਤੁਸੀਂ ਅੱਜ ਬਹਿ ਗਏ ਹੋ 20 ਸਾਲ ਦੇ 40 ਸਾਲ ਅਗਲੇ ਸਾਲ ਤੁਸੀਂ ਇਹ ਸੋਚਦੇ ਹੋ ਵੀ ਦਾਰੂ ਬੀਅਰ ਪੀ ਕੇ ਕੱਢਣੀ ਆ, ਜਾਂ ਫਿਰ ਪਲੇ ਸਟੇਸ਼ਨ ਖੇਡਦੇ ਹੋ ਕੱਢਣੀ ਆ, ਜਾਂ ਨੈਟਫਲਿਕਸ ਦੇਖਦੇ ਹੋ ਕੱਢਣੀ ਆ 20-40 ਸਾਲ, ਤਾਂ ਇਹਦਾ ਕੋਈ ਫਾਇਦਾ ਨਹੀਂ, ਤੁਸੀਂ ਛੇਤੀ ਮਰੋਗੇ। ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਈਸ਼ਾ। ਅੱਜ ਇੱਕ ਅਜਿਹੇ ਨੌਜਵਾਨ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕਈ ਫੇਸ ਉਹਨਾਂ ਨੇ ਦੇਖੇ ਨੇ। ਪਹਿਲਾਂ ਕਾਫੀ ਜ਼ਿਆਦਾ ਫਿਜ਼ੀਕਲੀ ਐਕਟੀਵੇਟ ਸੀਗੇ ਤੇ ਉਸ ਤੋਂ ਬਾਅਦ 'ਚ 17 ਸਾਲਾਂ ਦੀ ਉਮਰ ਦੇ ਵਿੱਚ ਇੱਕ ਅਜਿਹੀ ਭਿਆਨਕ ਬਿਮਾਰੀ ਹੈ ਜਿਹੜੀ ਕਿ ਲੱਗ ਗਈ ਉਹਨਾਂ ਨੂੰ, ਜਿਸ ਨਾਲ ਉਹਨਾਂ ਦੀ ਬੋਡੀ ਦੀ ਸਟਰੈਂਥ ਹੈ ਜਿਹੜੀ ਕਿ ਬਿਲਕੁਲ ਹੀ ਖਤਮ ਹੋ ਗਈ। ਤੇ ਉਹ ਬਿਮਾਰੀ ਕੀ ਸੀ, ਕਿਸ ਤਰ੍ਹਾਂ ਉਸ ਫੇਸ ਦੇ ਵਿੱਚੋਂ ਨਿਕਲੇ ਨੇ, ਇਹ ਦੱਸਣਗੇ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਮ, ਠੀਕ ਠਾਕ ਹੋ? ਵਧੀਆ ਸਰ, ਵਧੀਆ। ਸਰ, ਜਿਵੇਂ ਤੁਸੀਂ ਕਿਹਾ ਕਿ ਸਟਰੈਂਥ ਬਿਲਕੁਲ ਹੀ ਬੋਡੀ ਦੀ ਚਲੀ ਗਈ ਸੀ, ਕਿਸ ਤਰ੍ਹਾਂ ਦੀ ਬਿਮਾਰੀ ਸੀ, ਕਦੋਂ ਤੁਹਾਨੂੰ ਪਤਾ ਲੱਗਿਆ? ਮੈਮ ਪਤਾ ਤਾਂ ਐਟ ਦੇ ਲਾਸਟ ਸਟੇਜ ਤੱਕ ਪਤਾ ਹੀ ਨਹੀਂ ਲੱਗਿਆ ਸੀਗਾ ਸਾਨੂੰ। ਵਿਦਿਨ ਏ ਵੀਕ ਮੇਰੀ ਸਾਰੀ ਸਟਰੈਂਥ ਲੋਸ ਹੋ ਗਈ ਸੀ। ਮਤਲਬ ਮੈਂ ਕਹਿ ਦਈਏ ਵੀ ਹਿੱਲ ਵੀ ਨਹੀਂ ਸਕਦਾ ਸੀ। ਮੈਂ ਇੱਕ ਇੱਦਾਂ ਦਾ ਦਿਨ ਸੀਗਾ ਜਿੱਦਾਂ ਮੈਂ ਰਾਤ ਨੂੰ ਪਿਆ ਅਤੇ ਨੈਕਸਟ ਮੋਰਨਿੰਗ ਮੈਂ ਤੋਂ ਉੱਠ ਨਹੀਂ ਹੋਇਆ, ਅਤੇ ਘਰਦਿਆਂ ਨੇ ਫੜ ਕੇ ਉਠਾਇਆ ਅਤੇ ਉਠਾ ਕੇ ਜਦੋਂ ਉਹਨਾਂ ਨੇ ਛੱਡਿਆ ਮੈਂ ਜਦੀ ਡਿੱਗ ਪਿਆ ਥੱਲੇ। ਇਹ ਮਤਲਬ ਐਟ ਲਾਸਟ ਸਟੇਜ ਸੀਗੀ। ਉਸ ਤੋਂ ਪਹਿਲਾਂ 1 ਵੀਕ ਦੇ ਵਿੱਚ ਸਾਰੀ ਸਟਰੈਂਥ ਲੋਸ ਹੋਈ ਆ। ਮਤਲਬ ਹੌਲੀ ਹੌਲੀ ਪਤਾ ਲੱਗਣ ਲੱਗ ਗਿਆ ਸੀ ਮੈਨੂੰ ਵੀ ਵੀਕਨੈਸ ਜੀ ਫੀਲ ਹੋ ਰਹੀ ਆ, ਅਤੇ ਵਿਦਿਨ ਦੇ ਵੀਕ ਸਾਰੀ ਸਟਰੈਂਥ ਲੋਸ ਹੋ ਗਈ ਸੀ। ਹਾਂਜੀ। ਤੇ ਇਹ ਸ਼ੁਰੂਆਤ ਕਿਸ ਤਰ੍ਹਾਂ ਹੋਈ ਸੀ? ਉਸ ਤੋਂ ਪਹਿਲਾਂ ਕੋਈ ਪ੍ਰੋਬਲਮ ਸੀਗੀ, ਕੁਝ ਹੋਇਆ ਸੀਗਾ? ਮੈਮ ਨਥਿੰਗ, ਕੋਈ ਪ੍ਰੋਬਲਮ ਨਹੀਂ ਸੀਗੀ ਮੈਮ। ਮੈਂ ਜ਼ਿੰਦਗੀ 'ਚ ਕਦੇ ਬੈਠਾ ਹੀ ਨਹੀਂ ਸੀ। ਮੈਂ ਫਿਜ਼ੀਕਲੀ ਇੰਨਾ ਕੁ ਐਕਟਿਵ ਸੀਗਾ ਬਿਫੋਰ, ਮਤਲਬ ਬਿਮਾਰ ਹੋਣ ਤੋਂ ਪਹਿਲਾਂ ਬਹੁਤ ਜ਼ਿਆਦਾ ਐਕਟਿਵ ਸੀਗਾ। NCC, ਫੁੱਟਬਾਲ, ਵਾਲੀਬਾਲ, ਮਤਲਬ ਜੋ ਵੀ ਚੀਜ਼ ਸੀਗੀ ਸਕੂਲ ਦੇ ਵਿੱਚ ਫਿਜ਼ੀਕਲ ਐਕਟੀਵਿਟੀ ਮੈਂ ਸਾਰੀਆਂ ਪਰਫੋਰਮ ਕਰਦਾ ਸੀਗਾ। ਬਟ 11th ਮਤਲਬ ਇਨ 2015 ਵਿਦਿਨ ਏ ਵੀਕ ਇੱਦਾਂ ਹੀ ਇੱਕਦਮ ਮਤਲਬ ਸਟਰੈਂਥ ਲੋਸ ਹੋ ਗਈ, ਅਤੇ ਮੈਂ ਇਨ ਨੈਕਸਟ ਮੋਰਨਿੰਗ ਉੱਠ ਵੀ ਨਹੀਂ ਹੋ ਰਿਹਾ ਸੀਗਾ, ਅਤੇ ਮਤਲਬ ਟੋਟਲੀ ਡੈਡ ਸੀਗਾ। ਕਹਿ ਦਿਓ ਵੀ ਮੈਂ ਹਿੱਲ ਨਹੀਂ ਸਕਦਾ ਸੀ। ਐਵਰੀਥਿੰਗ ਮਤਲਬ ਘਰ ਦੇ ਹੀ ਕਰਦੇ ਸੀਗੇ। ਜੀ, ਮਤਲਬ ਖੁਦ ਆਪ ਤੁਸੀਂ ਉੱਠ ਵੀ ਨਹੀਂ ਸਕਦੇ ਸੀ ਜਾਂ ਤੁਸੀਂ ਖੁਦ ਹਿੱਲ ਵੀ ਨਹੀਂ ਸਕਦੇ ਸੀ? ਮੈਮ ਦੇਖੋ, ਮੈਂ ਤੋਂ ਇੱਦਾਂ ਮਤਲਬ ਬੁਰਕੀ ਵੀ ਮੂੰਹ 'ਚ ਨਹੀਂ ਪੈਂਦੀ ਸੀਗੀ। ਠੀਕ ਹੈ, ਮੈਂ ਜਿੱਥੇ ਪਿਆ ਸੀ ਸਿਰਫ ਪਿਆ ਸੀਗਾ। ਠੀਕ ਆ, ਘਰ ਦੀ ਮੈਨੂੰ ਵਾਸ਼ਰੂਮ ਤੱਕ ਲੈ ਕੇ ਜਾਂਦੇ ਸੀ ਚੱਕ ਕੇ। ਠੀਕ ਹੈ, ਮਤਲਬ ਐਵਰੀ ਟਾਸਕ ਜਿਹੜਾ ਛੋਟਾ ਮੋਟਾ ਫਿਜ਼ੀਕਲ ਐਕਟੀਵਿਟੀਆਂ ਪਰਫੋਰਮ ਕਰਨੀਆਂ ਹਰੇਕ ਦੀ ਬੋਡੀ ਨੇ ਹੀ ਹੋਇਆ। ਹਰੇਕ ਹਿਊਮਨ ਬੀਨ ਨੇ ਜਿਹੜੀ ਬੇਸਿਕ ਜਿਹੀਆਂ ਚੀਜ਼ਾਂ ਨੇ, ਬਰੱਸ਼ ਕਰਨਾ, ਵਾਸ਼ਰੂਮ ਤੱਕ ਜਾਣਾ, ਨਹਾਉਣਾ ਕਰਨਾ, ਇਹ ਸਭ ਕੁਝ ਕਰਦੇ ਰਹੇ ਆ ਅਪਰੋਕਸ 3 ਸਾਲ ਤੱਕ। ਜੀ, ਤੇ ਪਤਾ ਲੱਗਿਆ ਕਿ ਕਿਉਂ ਸ਼ੁਰੂ ਹੋਈ ਸੀਗੀ ਇਹ ਪ੍ਰੋਬਲਮ, ਕੀ ਕਾਰਨ ਰਿਹਾ ਇਹਦੇ ਪਿੱਛੇ?
ਮੈਮ ਕਾਰਨ ਐਗਜ਼ੈਕਟਲੀ ਤਾਂ ਤੁਹਾਨੂੰ ਪਤਾ ਆਪਣੇ ਇੱਥੇ ਡਾਕਟਰਸ ਦੱਸਦੇ ਨਹੀਂ, ਬਟ ਜਿੰਨਾ ਕੁ ਮੈਂ ਰਿਸਰਚ ਕੀਤਾ ਜਾਂ ਜਿੰਨਾ ਕੁ ਮਾੜਾ ਮੋਟਾ ਉਹਨਾਂ ਨੇ ਦੱਸਿਆ ਮੈਨੂੰ ਘਰਦਿਆਂ ਤੋਂ ਪਤਾ ਲੱਗਿਆ ਤੇ ਸਪਾਈਨਲ ਕਾਰਡ 'ਚ ਕੋਈ ਐਦਾਂ ਦੇ ਫਲੂਇਡਸ ਹੁੰਦੇ ਆ ਜੋ ਐਕਸੈਸ 'ਚ ਜ਼ਿਆਦਾ ਵਧ ਜਾਂਦੇ ਆ, ਉਹ ਵਧਣ ਕਰਕੇ ਜਿਹੜੀ ਇਹ ਚੀਜ਼ ਸਿਚੁਏਸ਼ਨ ਆ ਜਾਂਦੀ ਹੈ। ਕਈਆਂ ਨੂੰ ਇਸ ਚੀਜ਼ ਦਾ ਮਤਲਬ ਕਹਿ ਦੀ ਇਫੈਕਟ ਹੋਰ ਹੁੰਦਾ, ਕਈ ਟੋਟਲੀ ਪੈਰਾਲਾਈਜ਼ ਹੋ ਜਾਂਦਾ ਜਿਹਦੇ ਵਿੱਚ ਅੰਗ ਖੜ ਹੀ ਜਾਂਦਾ। ਮਤਲਬ ਮੇਰੀ ਸਟਰੈਂਥ ਲਾਸ ਹੋਈ ਸੀ, ਉਹਨਾਂ ਦਾ ਅੰਗ ਖੜ ਜਾਂਦਾ, ਲੈਫਟ ਸਾਈਡ ਖੜ ਜਾਂਦੀ ਹੈ, ਕਈਆਂ ਦੀ ਰਾਈਟ ਸਾਈਡ ਖੜ ਜਾਂਦੀ ਆ, ਤੇ ਕਈਆਂ ਦੀ ਨੀਚੇ ਵਾਲੇ ਲੋਅਰ ਬੋਡੀ ਦੀ ਪਾਵਰ ਚਲੇ ਜਾਂਦੀ ਹੈ, ਤੇ ਮੇਰੀ ਹੋਲ ਬੋਡੀ ਦੀ ਪਾਵਰ ਗਈ ਸੀ ਜੀ। ਮਤਲਬ ਕਹਿ ਸਕਦੇ ਆ ਪੈਰਾਲਾਈਸਿਸ ਦਾ ਇੱਕ ਟਾਈਪ ਹੈ ਇਹ, ਜਿਹਦੇ ਵਿੱਚ ਸਟਰੈਂਥ ਹੈ ਜਿਹੜੀ ਤੁਹਾਡੀ ਬਾਡੀ ਨੇ ਬਿਲਕੁਲ ਹੀ ਛੱਡਤੀ ਸੀ। ਹਾਂਜੀ ਐਗਜ਼ੈਕਟਲੀ ਮੈਮ, ਜਮਾ ਹੀ ਛੱਡਤੀ ਸੀ। ਮਤਲਬ ਮੈਂ ਕੋਈ ਵੀ ਫਿਜ਼ੀਕਲ ਟਾਸਕ ਜਿਹੜਾ ਮੇਰਾ ਬੇਸਿਕ ਸੀਗਾ ਘਰ ਦਾ, ਜਾਂ ਫਿਰ ਮੈਨੂੰ ਆਪਣੀ ਬਾਡੀ ਨੂੰ ਵਧੀਆ ਰੱਖਣ ਲਈ ਜਾਂ ਆਪਣੇ ਜਿਹੜੇ ਬੇਸਿਕ ਜਿਹੇ ਟਾਸਕ ਹੁੰਦੇ ਆ, ਬਰਸ਼ਿੰਗ, ਇਹ ਸਭ ਕੁਝ ਕਰ ਨਹੀਂ ਸਕਦਾ ਸੀ ਮੈਂ 3 ਸਾਲ ਅਪਰੋਕਸ। ਮਤਲਬ ਪਹਿਲੇ 5 ਮੰਥ ਇਹੋ ਜਿਹੇ ਸੀਗੇ ਜਿੱਥੇ ਟੋਟਲੀ ਡੈਡ ਸੀ ਕੰਮ। ਉਸ ਤੋਂ ਬਾਅਦ ਹੌਲੀ ਹੌਲੀ ਸਟਰੈਂਥ ਬਿਲਡ ਹੋਣੀ ਸ਼ੁਰੂ ਹੋਈ, ਰੋਟੀ ਮੈਂ ਆਪ ਖਾਣ ਲੱਗਿਆ ਤੇ ਬਰਸ਼ਿੰਗ ਵਗੈਰਾ ਆਪ ਕਰਨ ਲੱਗਿਆ ਜੀ। ਕਿਸ ਤਰ੍ਹਾਂ ਕਰਨਾ ਸ਼ੁਰੂ ਕੀਤਾ? ਜਿਵੇਂ ਤੁਸੀਂ ਕਿਹਾ ਕਿ ਡਾਕਟਰਸ ਨੇ ਤਾਂ ਕੁਝ ਦੱਸਿਆ ਹੀ ਨਹੀਂਗਾ, ਤੇ ਫਿਰ ਕਿੱਦਾਂ ਪਤਾ ਲੱਗਿਆ ਕਿ ਇਹਦਾ ਇਲਾਜ ਕੀ ਆ ਜਾਂ ਇਹਦੀ ਕੋਈ ਮੈਡੀਸਿਨ ਵਗੈਰਾ ਲਿੱਤੀ? ਮੈਂ ਤੁਹਾਨੂੰ ਦੱਸਦਾ, ਡਾਕਟਰ ਆਪਣੇ ਕੋਈ ਵੀ ਇੱਥੇ ਸੋਲੂਸ਼ਨ ਨਹੀਂ ਦੱਸਦਾ ਹੈਗਾ, ਠੀਕ ਹੈ। ਡਾਕਟਰਸ ਨੇ ਇਹ ਕਿਹਾ ਸੀ ਇਹ ਚੀਜ਼ ਸਹੀ ਨਹੀਂ ਹੋਊਗੀ, ਲਾਈਫ ਟਾਈਮ ਇਦਾਂ ਹੀ ਰਹਿਣਾ ਪਊਗਾ। ਪਲੱਸ ਉਹਨਾਂ ਨੇ ਇਹ ਵੀ ਨਹੀਂ ਦੱਸਿਆ ਵੀ ਤੁਸੀਂ ਇਹ ਠੀਕ ਕਿੱਦਾਂ ਕਰਨੀ ਹੈ। ਤਾਂ ਮੈਂ 2018 ਤੱਕ ਡੈਡ ਸੀ, ਤੇ 18 ਤੱਕ ਮੇਰੀ ਇੰਗਲਿਸ਼ ਜ਼ਿਆਦਾ ਵਧੀਆ ਨਹੀਂ ਸੀਗੀ। ਉਸ ਤੋਂ ਬਾਅਦ ਇੰਗਲਿਸ਼ ਲੈਂਗੁਏਜ ਮੇਰੀ ਗੁੱਡ ਹੋਈ ਤਾਂ ਮੈਂ ਰਿਸਰਚਿਸ ਵਗੈਰਾ ਕਰਨ ਲੱਗਿਆ, ਆਰਟੀਕਲਸ ਪੜ੍ਹਨ ਲੱਗਿਆ, ਡਾਕਟਰਸ ਦੇ ਮਤਲਬ ਆਰਟੀਕਲਸ ਪੜ੍ਹਨ ਲੱਗਿਆ, ਡਾਕਟਰਸ ਦੀ ਰਿਸਰਚਿਸ ਪੜ੍ਹਨ ਲੱਗਿਆ, ਸਰਵੇਜ਼ ਪੜ੍ਹਨ ਲੱਗਿਆ। ਇਹ ਸਾਰਾ ਕੁਝ ਪੜ੍ਹਨ ਤੋਂ ਬਾਅਦ ਮੈਨੂੰ ਇੱਕ ਚੀਜ਼ ਪਤਾ ਲੱਗੀ ਕਿ ਸਭ ਤੋਂ ਪਹਿਲਾਂ ਤਾਂ weight loss ਕੀਤਾ ਜਾਵੇ, ਉਸ ਤੋਂ ਬਾਅਦ ਹੌਲੀ ਹੌਲੀ ਸਟਰੈਂਥ ਬਿਲਡ ਹੋਊਗੀ। ਜੀ। ਉਸ ਟਾਈਮ ਤੁਹਾਡਾ weight ਕਿੰਨਾ ਸੀਗਾ? ਮੈਮ ਜਦ ਮੈਂ ਬਿਮਾਰ ਹੋਇਆ ਉਦੋਂ 75 to 80 ਸੀਗਾ ਮੇਰਾ weight ਜੀ। ਤੇ ਉਸ ਤੋਂ ਬਾਅਦ ਬੈਠਣ ਕਰਕੇ 3 ਇਅਰਸ ਇਹ 95 ਤੱਕ ਚਲੇ ਗਿਆ ਸੀ, ਤੇ ਫਿਰ 95 ਤੋਂ ਵੀ ਇਹ 105 ਤੱਕ ਚਲੇ ਗਿਆ ਜਦੋਂ ਮੈਂ ਤੁਰਨ ਲੱਗਿਆ 2018 ਚ। ਨਵਾਂ ਬਾਹਰ ਨਿਕਲਣ ਲੱਗਿਆ ਸੀ, ਯਾਨੀ ਕਹਿ ਦਈਏ 버ਗਰ ਪੀਜ਼ੇ 18 ਤੋਂ 20 ਤੱਕ ਬਹੁਤ ਖਾਦੇ, ਫਿਰ ਉਹ 95 ਤੋਂ 105 ਤੱਕ ਚਲੇ ਗਿਆ ਜੀ ਹਾਈਐਸਟ। ਮਤਲਬ ਮੈਂ ਕੁਝ ਨਹੀਂ ਛੱਡਿਆ ਹੈਗਾ, ਜੋ ਐਕਸੈਸ ਚ ਬਹੁਤ ਖਾਦਾ ਜੀ। ਪਰ ਬੈੱਡ ਤੋਂ ਤੁਸੀਂ ਪਹਿਲੀ ਵਾਰ ਕਦੋਂ ਉੱਠੇ? 2015 ਤੋਂ ਬਾਅਦ ਮੈਂ ਬੈੱਡ ਤੋਂ ਉੱਠਣਾ ਸਟਾਰਟ ਕੀਤਾ ਜੀ 17 ਚ। ਮਤਲਬ ਉਹ ਵੀ ਮੈਂ ਆਪ ਨਹੀਂ ਉੱਠਦਾ ਸੀ, ਮੈਨੂੰ ਘਰ ਦੇ ਸਟੈਂਡ ਕਰ ਦਿੰਦੇ ਸੀ ਵਾਕਰ 'ਚ, ਠੀਕ ਹੈ। ਜੇ ਵਾਕਰ ਨਹੀਂ ਹੁੰਦਾ ਸੀ, ਮੈਨੂੰ ਘਰ ਦੇ ਸਿੱਧਾ ਸਟੈਂਡ ਕਰ ਦਿੰਦੇ ਸੀ ਤਾਂ ਮੇਰੇ ਗੋਡੇ ਅੱਗੇ ਨੂੰ ਨਿਕਲ ਜਾਂਦੇ ਸੀ, ਮੈਂ ਟੋਟਲੀ ਥੱਲੇ ਡਿੱਗ ਪੈਂਦਾ ਸੀਗਾ। ਸੋ ਇੱਕ ਪੈਡ ਮਿਲਦੇ ਹੁੰਦੇ ਆਪਣੇ ਜਿਹੜੇ ਪੂਰੇ ਲੱਤ ਨੂੰ ਕਵਰ ਕਰ ਦਿੰਦੇ ਆ, ਸਟੇਬਲ ਰੱਖਦੇ ਆ, ਉਹ ਪੈਡ ਲਾ ਕੇ ਮੈਂ ਖੜਾ ਹੋਣਾ ਸਟਾਰਟ ਕੀਤਾ। ਮੈਂ ਪਹਿਲਾਂ ਤਾਂ ਮੈਂ 20 ਸਕਿੰਟ ਹੀ ਖੜਾ ਹੋ ਸਕਦਾ ਸੀ, ਹੌਲੀ ਹੌਲੀ ਬਿਲਡ ਕਰਤਾ, 20 ਸਕਿੰਟ ਤੋਂ 2 ਮਿੰਟ ਤੱਕ ਚਲੇ ਗਿਆ ਸੀਗਾ। ਮਤਲਬ ਕਿ ਹੌਲੀ ਹੌਲੀ 17 ਚ ਮੈਂ ਏਦਾਂ ਖੜਾ ਹੋਣਾ ਸ਼ੁਰੂ ਕੀਤਾ ਵਾਕਰ ਦੇ ਥਰੂ, ਠੀਕ ਆ। ਫਿਰ ਹੌਲੀ ਹੌਲੀ ਵਾਕਰ ਨਾਲ 2 ਉਂਗਲਾਂ 3 ਉਂਗਲਾਂ ਨਾਲ ਫੜ ਕੇ ਸ਼ੁਰੂ ਕੀਤਾ, ਫਿਰ ਵਾਕਰ ਨੂੰ ਛੱਡਿਆ, ਪੈਡਸ ਦੇ ਥਰੂ ਖੜਨ ਲੱਗ ਗਿਆ, ਠੀਕ ਹੈ। ਥੋੜੀ ਸਟਰੈਂਥ ਬਿਲਡ ਹੋਈ, ਹੌਲੀ ਹੌਲੀ 18 ਚ ਆ ਕੇ ਉਹ ਪੈਡਸ ਲਾਏ ਮੈਂ। 18 ਚ ਫਿਰ ਮੈਂ ਕਾਲਜ ਲੱਗਿਆ ਸੀ ਪੜ੍ਹਨ, ਕਿਉਂਕਿ ਪਤਾ ਸੀ ਹੁਣ ਤੁਰਨਾ ਹੀ ਪੈਣਾ ਵਾ। ਸੋ 18 ਚ ਮੈਂ ਪੈਡਸ ਲਾਤੇ ਸੀ। ਮਤਲਬ ਆਪਣੀ ਹਿੰਮਤ ਨੇ ਉਠਾਇਆ ਤੁਹਾਨੂੰ? ਹਾਂਜੀ ਮੈਮ, ਹਿੰਮਤ ਵੀ ਨਹੀਂ ਕਹਿ ਸਕਦੇ ਮੈਮ। ਜਦੋਂ ਕਿਸੇ ਨੂੰ ਨੌਲੇਜ ਹੋਊਗੀ ਤਾਂ ਉਹਨੂੰ ਇੰਪਲੀਮੈਂਟ ਕਰੂਗਾ ਤੇ ਰਿਜ਼ਲਟਸ ਮਿਲਣਗੇ, ਉਹ ਰਿਜ਼ਲਟਸ ਦੇ ਥਰੂ ਬੰਦਾ ਮੋਟੀਵੇਟ ਹੋਊਗਾ ਤੇ ਫਿਰ ਉਹ ਨੈਕਸਟ ਸਟੈਪ ਅੱਗੇ ਜਾਂਦਾ, ਇੱਕ ਹੋਰ ਸਟੈਪ ਅੱਗੇ ਜਾਂਦਾ ਵਾ ਕਿ ਜੇ ਇਹ ਚੀਜ਼ ਇੰਪਲੀਮੈਂਟ ਕਰਕੇ ਇੰਨੇ ਰਿਜ਼ਲਟ ਮਿਲ ਰਿਹਾ ਤਾਂ ਸਾਰਾ ਇੰਪਲੀਮੈਂਟ ਕੀਤਾ ਤਾਂ ਬਹੁਤ ਵਧੀਆ ਰਿਜ਼ਲਟ ਮਿਲ ਸਕਦੇ ਆ ਜੀ। ਕੋਈ ਮੈਡੀਸਿਨ ਵਗੈਰਾ ਨਹੀਂ ਲਈ ਤੁਸੀਂ? ਕੋਈ ਮੈਡੀਸਿਨ ਨਹੀਂ ਸੀ ਇਹਦੀ? ਮੈਮ ਕੋਈ ਮੈਡੀਸਨ ਨਹੀਂ, 100% ਪਿਓਰ ਡਾਈਟ ਲਿੱਤੀ, ਪੂਰੀ ਕਲੀਨ ਡਾਈਟ ਲਿੱਤੀ ਆ, ਮਤਲਬ ਸਟਰੈਂਥ ਬੇਸਿਸ ਤੇ। ਬਟ 10% ਵੀਕਲੀ ਜਾਂ ਫਿਰ ਕਹਿ ਦਈਏ 10% ਮੰਥਲੀ, 20% ਮੈਂ ਗਲਤ ਵੀ ਖਾਂਦਾ ਸੀ, ਲਾਈਕ 버ਗਰ ਪੀਜ਼ਾ ਉਹ ਇਨਕਲੂਡ ਕਰਦਾ ਸੀ ਐਜ਼ ਵੀ ਇਹਨੂੰ ਕ੍ਰੇਵ ਨਾ ਹੋਵੇ, ਮੈਂ ਸਟ੍ਰਿਕਟਲੀ ਫੋਲੋ ਨਾ ਕਰਾਂ, ਕਿਉਂਕਿ ਮੈਂ ਕਿਹੜਾ ਕੋਈ ਭਰਤੀ ਹੋਣਾ ਸੀ ਜਾਂ ਕੋਈ ਕਮਾਂਡੋ ਬਣਨਾ ਸੀ। ਉਹ ਸਟ੍ਰਿਕਟਨੈਸ ਸੀ ਮੈਂ ਕੀਤੀ ਨਹੀਂ, ਯਾਨੀ ਕਿ ਨਾਰਮਲ 80% 90% ਕਲੀਨ ਖਾਦਾ, ਪਲੱਸ ਜਿੰਨੀ ਕੁ ਟ੍ਰੇਨਿੰਗ ਹੁੰਦੀ ਸੀ ਘਰੇ ਤੇ ਜਿੰਨੀ ਕੁ ਰਘੂਨਾਥ ਇੱਥੇ ਫਿਜ਼ੀਓਥੈਰੇਪਿਸਟ ਨੇ ਉਹਨਾਂ ਤੋਂ ਕਰਵਾਉਂਦੇ ਸੀਗੇ ਜੀ। ਸਰ ਜੇ ਗੱਲ ਕੀਤੀ ਜਾਵੇ, ਤੁਸੀਂ ਜਿਵੇਂ ਕਿਹਾ ਕਿ ਮੈਂ ਪਹਿਲਾਂ ਫਿਜ਼ੀਕਲੀ ਬੜਾ ਐਕਟਿਵ ਸੀਗਾ ਤੇ ਐਨਸੀਸੀ ਦੇ ਵਿੱਚ ਵੀ ਸੀਗੇ, ਅਸੀਂ ਸੁਣਿਆ ਕਿ ਤੁਸੀਂ 골ਡ ਵੀ ਲੈ ਕੇ ਆਏ ਹੋਏ ਹੋ, ਤੇ ਉਹ ਕੀ ਟਾਈਮ ਸੀਗਾ ਉਹ, ਤੇ ਉਸ ਟਾਈਮ ਮਾਈਂਡ ਦੇ ਵਿੱਚ ਕੀ ਚੱਲਦਾ ਸੀਗਾ ਕਿ ਮੈਂ ਕੀ ਬਣਨਾ ਵਾ? ਮੈਮ ਉਸ ਟਾਈਮ ਤਾਂ ਏਦਾਂ ਸੀਗੇ, ਚੈਲੰਜਸ ਫੇਸ ਕਰਦੇ ਹੁੰਦੇ ਸੀ, ਤੁਹਾਨੂੰ ਪਤਾ ਵਾ 9th 10th 8th ਦੇ ਵਿੱਚ ਏਦਾਂ ਹੁੰਦਾ ਵਾ ਵੀ ਆਪਦੇ ਤੋਂ ਵੱਡੇ ਜਿਹੜੇ ਪਲੇਅਰਸ ਨੇ 11th ਵਾਲੇ ਜਾਂ 12th ਵਾਲੇ, ਉਹਨਾਂ ਨੂੰ ਪਿੱਛੇ ਕੱਢਣਾ ਵਾ। ਲਾਈਕ ਕਹਿ ਦਈਏ ਵੀ ਆਪਣੀ ਕਲਾਸ ਵਾਲਾ ਜਿਹੜਾ ਘੈਂਟ ਬੰਦਾ ਵਾ ਸਾਰਿਆਂ ਨੂੰ, ਮਤਲਬ ਕਹਿ ਦਈਏ ਵੀ ਜਿਹੜਾ ਹਾਈਐਸਟ ਟੌਪਰ ਆ, ਰੋਪ ਪਾਉਣ ਵਾਲਾ, ਵੀ ਉਹ ਚੀਜ਼ ਕਰਨੀ ਆ। ਮਤਲਬ ਉਦੋਂ ਇਹ ਚੀਜ਼ ਹੀ ਹੁੰਦੀ ਸੀ। ਤੇ ਠੀਕ ਹੈ ਮੈਮ, ਫਸਟ ਟਾਈਮ ਮੇਰਾ 골ਡ ਆਇਆ ਸੀ 10th 'ਚ ਸੀ ਜਦੋਂ ਮੈਂ, ਉਹ ਵੀ ਮੇਰਾ ਇਹਦੇ ਵਿੱਚ ਹੀ ਆਇਆ ਸੀ, ਐਨਸੀਸੀ 'ਚ ਡਰਿਲ ਵਿੱਚ। ਫਸਟ ਟਾਈਮ ਮੈਂ ਸਟੇਜ ਤੇ ਉਦੋਂ 골ਡ ਲੈਣ ਗਿਆ ਸੀ। ਉਸ ਤੋਂ ਪਹਿਲਾਂ 6th ਤੋਂ ਲੈ ਕੇ 10th ਤੱਕ ਬਹੁਤ ਚੀਜ਼ਾਂ ਪਰਫਾਰਮ ਕੀਤੀਆਂ ਨੇ, ਮੈਂ ਕੈਪੇਬਲ ਸੀਗਾ। ਬਟ ਤੁਹਾਨੂੰ ਪਤਾ ਇੱਥੇ ਸਕੂਲਿੰਗ ਸਿਸਟਮ ਕੋਈ ਚੈੱਕ ਕਰਕੇ ਬੰਦੇ ਨੂੰ ਸਿਲੈਕਟ ਨਹੀਂ ਕਰਦਾ, ਯਾਨੀ ਕਿ ਜਦੋਂ ਕੋਈ ਟੀਮ ਬਣਦੀ ਆ ਕੁਝ ਵੀ ਚੈੱਕ ਨਹੀਂ ਕਰਦੇ। ਜਿਨ੍ਹਾਂ ਨੂੰ ਜਾਣਦਾ ਵਾ ਸਰ ਜਾਂ ਫਿਰ ਜਿਹੜੇ ਡੀਪੀ ਆਪਣੇ ਮੇਨ ਸਰ ਹੁੰਦੇ ਆ, ਠੀਕ ਆ, ਉਹ ਜਿਹੜੇ ਅੱਖਾਂ 'ਚ ਉਹਨਾਂ ਦੇ ਉੱਪਰੋਂ ਦਿੰਦੇ ਹੁੰਦੇ ਆ ਜਾਂ ਸ਼ਰਾਰਤੀ ਜੇ ਵੱਧ ਹੁੰਦੇ ਆ, ਉਹਨਾਂ ਨੂੰ ਦੇਖ ਕੇ ਟੀਮ ਬਣਾ ਕੇ ਲੈ ਜਾਂਦੇ ਸੀਗੇ। ਸੋ 10th ਤੱਕ ਮੇਰੀ ਜਿਹੜੀ ਕੈਪੇਬਿਲਿਟੀ ਸੀਗੀ, ਯਾਨੀ ਕਿ ਕਹਿ ਦਈਏ ਵੀ ਅੰਦਰੋਂ ਇੱਕ ਜੋਸ਼ ਸੀਗਾ, ਉਹ ਦੱਬਿਆ ਰਿਹਾ। 10th 'ਚ ਮੈਨੂੰ ਮੌਕਾ ਮਿਲਿਆ
ਤੇ ਉੱਥੇ ਮੈਂ ਗਿਆ ਤੇ ਉੱਥੇ ਪਰਫਾਰਮ ਕੀਤਾ। ਉੱਥੇ ਮੇਰਾ ਸ਼ੂਟਿੰਗ ਵਿੱਚ ਵੀ ਮਤਲਬ 4th ਪੋਜੀਸ਼ਨ ਤੇ ਆਇਆ ਸੀ ਤੇ ਮੈਂ ਇਨ ਫਰਦਰ ਪੀਏਯੂ ਜਾ ਕੇ ਵੀ ਸ਼ੂਟਿੰਗ ਕੀਤੀ ਸੀ ਜੀ ਤੇ ਡਰਿਲ ਵਿੱਚ ਮੇਰਾ 골ਡ ਸੀਗਾ। ਜੀ ਮਤਲਬ ਉੱਥੇ ਅਪਰੋਕਸ 900 to 1000 ਬੱਚਾ ਹੁੰਦਾ ਪੂਰੇ ਪੰਜਾਬ ਚੋਂ। ਮਲੋਟ ਮੇਰਾ ਕੈਂਪ ਲੱਗਿਆ ਸੀ ਤੇ ਉਹਨਾਂ ਦੇ ਵਿੱਚੋਂ 10 ਡੇਜ਼ ਦੇ ਵਿੱਚ ਜਿਹੜੇ ਲਾਸਟ ਡੇਜ਼ ਤੇ ਆ ਕੇ ਕੰਪੀਟੀਸ਼ਨ ਹੁੰਦੇ ਆ, ਮੇਰਾ ਡਰਿਲ ਵਿੱਚੋਂ 골ਡ ਆਇਆ ਸੀ ਜੀ। ਹਾਂਜੀ। ਤੇ ਉਦੋਂ ਤੁਸੀਂ ਗੋਲ ਲਿੱਤਾ, ਉਦੋਂ ਮਨ ਦੇ ਵਿੱਚ ਕੀ ਗੋਲ ਬਣਾਇਆ ਸੀਗਾ ਕਿ ਮੈਂ ਹੁਣ ਅੱਗੇ ਕੀ ਕਰੂੰਗਾ ਜਾਂ ਕੀ ਬਣੂੰਗਾ? ਮੈਮ ਅੱਗੇ ਤਾਂ ਉਦੋਂ ਤਾਂ ਮੇਰਾ ਗੋਲ ਇਹੀ ਸੀਗਾ ਵੀ ਜਿਹੜਾ ਵੀ ਮੈਨੂੰ ਬੰਦਾ ਮਿਲੇ ਮਤਲਬ ਮੈਂ ਉਹ ਤੋਂ ਫਿਜ਼ੀਕਲੀ ਐਕਟਿਵ ਹੋਵਾਂ, ਮਤਲਬ ਫਿਜ਼ੀਕਲੀ ਮਤਲਬ ਕੰਪੀਟੀਸ਼ਨ 'ਚ ਟੱਕਰ ਦੇਵਾਂ ਉਹਨੂੰ। ਬਸ ਇਹ ਗੋਲ ਹੁੰਦਾ ਸੀਗਾ ਵੀ ਕੋਈ ਵੀ ਹੋਵੇ, ਚਾਹੇ ਪਿੰਡ ਦਾ ਹੋਵੇ ਚਾਹੇ ਸਕੂਲ ਦਾ, ਮਤਲਬ ਮੈਂ ਫਿਜ਼ੀਕਲੀ ਜਿਹੜਾ ਟਾਸਕ ਵੀ ਉਹਦੇ ਨਾਲ ਪਰਫਾਰਮ ਕਰਾਂ ਮੈਂ ਉਹ ਤੋਂ ਉੱਤੇ ਹੋਵਾਂ। ਬਸ ਮੇਰਾ ਇਹ ਗੋਲ ਹੁੰਦਾ ਸੀ। ਉਦੋਂ ਕੋਈ ਸਪੈਸੀਫਿਕ ਇਹ ਗੋਲ ਨਹੀਂ ਸੀਗਾ ਵੀ ਮੈਂ ਕੋਈ ਸਪੈਸੀਫਿਕ ਪਰਪਸ ਲਈ ਕੰਮ ਕਰ ਰਿਹਾ, ਮੈਂ ਕੋਈ ਨਹੀਂ ਸੀ। ਬਾਕੀ ਫਾਦਰ ਸਾਹਿਬ ਮੇਰੇ ITBP 'ਚ ਨੇ, ਯਾਨੀ ਕਿ ਕਹਿ ਦਈਏ ਬਾਰਡਰ ਪੁਲਿਸ ਨੇ, ਉਹ ਵੀ ਫਿਜ਼ੀਕਲੀ ਐਕਟਿਵ ਬਹੁਤ ਸੀ। ਉਹਨਾਂ ਨੂੰ ਦੇਖ ਦੇਖ ਕੇ ਸ਼ੁਰੂ ਤੋਂ ਹੀ ਮੈਨੂੰ ਇੱਕ ਇਦਾਂ ਦਾ ਅੰਦਰ ਐਂਥੂਸੀਆਜ਼ਮ ਹੈਗਾ ਵਾ ਵੀ ਜੋਸ਼ ਜਿਹਾ ਵੀ ਮੈਂ ਕਰਨਾ ਹੀ ਹੈ, ਜਜ਼ਬਾ ਹੈਗਾ ਵਾ ਵੀ ਫਿਜ਼ੀਕਲੀ ਐਕਟਿਵ ਰਹਿਣਾ ਵਾ ਜੀ। ਤੇ ਜਦੋਂ ਇੱਕਦਮ ਤੁਹਾਨੂੰ ਹਨਾ ਉਹ ਪ੍ਰੋਬਲਮ ਹੋਣੀ ਸ਼ੁਰੂ ਹੋਈ, ਜਦੋਂ ਬਾਡੀ ਨੇ ਸਟਰੈਂਥ ਬਿਲਕੁਲ ਛੱਡ ਦਿੱਤੀ, ਉਦੋਂ ਮਨ ਦੇ ਵਿੱਚ ਕੀ ਆਇਆ? ਉਦੋਂ ਤਾਂ ਮੈਂ ਮਨ ਬਹੁਤ ਖਰਾਬ ਹੋਇਆ ਸੀ। ਮਤਲਬ ਮੈਂ ਪਹਿਲਾਂ ਵੀ ਕਹਿੰਦਾ ਵਾਂ ਵੀ ਮੈਂ ਸਿਰਫ ਬਹੁਤ ਘੱਟ ਰੋਇਆ ਵਾਂ, ਠੀਕ ਆ। ਲਾਈਫ 'ਚ ਇੱਕ ਵਾਰ ਉਦੋਂ ਰੋਇਆ ਜਦੋਂ ਮੈਂ ਬਿਮਾਰ ਹੋਇਆ ਵਾਂ, ਠੀਕ ਆ। ਉਸ ਤੋਂ ਬਾਅਦ ਮੈਂ ਰੋਇਆ ਨਹੀਂ, ਕਿਉਂਕਿ ਟਿਲ ਮਤਲਬ 18-20 ਤੱਕ ਮੈਂ ਕਦੇ ਨਹੀਂ ਰੋਇਆ। ਸਿਰਫ ਇੱਕ ਵਾਰ ਰੋਇਆ ਸੀ ਵੀ ਇੱਕਦਮ ਇਹ ਕੀ ਹੋ ਗਿਆ। ਮੈਂ ਛੇਤੀ ਹਰੇਕ ਚੀਜ਼ ਨੂੰ ਅਡੈਪਟ ਕਰ ਲੈਂਦਾ, ਠੀਕ ਆ। ਮੈਂ ਉਹ ਸਰਕਮਸਟੈਂਸ ਸੀ, ਜਿਹੜੇ ਸਿਚੁਏਸ਼ਨ ਚੱਲ ਰਹੀ ਸੀ, ਮੈਂ ਉਹ ਸਾਰੀ ਅਡੈਪਟ ਕਰ ਲਈ। ਜਿੱਦਾਂ ਸੀਗਾ ਮੈਂ ਉਦਾਂ ਹੀ ਪਰਸਿਊ ਕਰਨਾ ਸ਼ੁਰੂ ਕਰਤਾ, ਠੀਕ ਆ। 3 ਸਾਲ ਤੱਕ ਤਾਂ ਮੈਂ ਬਹਿ ਕੇ ਪੂਰਾ ਸਵਾਦ ਲਿੱਤਾ, ਬੈਠ ਕੇ ਸਵਾਦ ਆ ਰਿਹਾ ਸੀ ਮੈਨੂੰ। ਹੁਣ ਨਾ ਕੋਈ ਕੰਮ ਕਰਨਾ ਪੈ ਰਿਹਾ, ਠੀਕ ਆ, ਬੈਠੇ ਨੂੰ ਖਾਣ ਨੂੰ ਮਿਲ ਰਿਹਾ, ਠੀਕ ਆ। ਤੇ ਬਟ ਅੰਦਰੋਂ ਮਤਲਬ ਕੋਈ ਗੋਲ ਹੈ ਨਹੀਂ ਸੀਗਾ। ਮਤਲਬ ਇਹ ਵੀ ਛੱਡਤਾ ਸੀ ਵੀ ਹੁਣ ਕਿਹੜਾ ਠੀਕ ਹੋਣਾ, ਬੈਠਣਾ ਹੀ ਆ, ਵੀ ਆਪੇ ਚੱਲੀ ਜਾਣੀ ਹੈ ਲਾਈਫ। ਤੇ ਮਨ ਉਦੋਂ ਇੰਨਾ ਖਰਾਬ ਸੀਗਾ ਵੀ ਜੋ ਕੁਝ ਮੈਂ ਸੋਚਿਆ ਸੀ ਉਹ ਨਹੀਂ ਹੋਇਆ, ਨਾ ਹੋ ਰਿਹਾ ਵਾ, ਨਾ ਹੋਣਾ ਵਾ। ਸੋ ਇਹ ਚੀਜ਼ ਨੂੰ ਲੈ ਕੇ ਪਰੇਸ਼ਾਨ ਸੀਗਾ ਤੇ ਗੋਲ ਤਾਂ ਮੈਂ ਛੱਡ ਹੀ ਦਿੱਤੇ, ਪੜ੍ਹਨਾ ਵੀ ਛੱਡਤਾ ਸੀ। ਛੱਡ ਪਰੇ, ਹੁਣ ਪੜ੍ਹ ਕੇ ਵੀ ਕੀ ਕਰਾਂਗੇ? ਜੇ ਪੜ੍ਹ ਵੀ ਲਏ ਤਾਂ ਐਟ ਦੀ ਐਂਡ ਜਾ ਕੇ ਬੈਠਣਾ ਹੀ ਆ, ਕਰਨਾ ਕੀ ਆ, ਨਾ ਕੋਈ ਵਰਕ ਕਰ ਸਕਦੇ ਆ। ਪੜ੍ਹ ਕੇ ਵੀ ਮਾਈਂਡ ਯੂਜ਼ ਕਰਕੇ ਪੈਸੇ ਹੀ ਬਣਾਉਣਾ ਵਾ, ਐਟ ਦੀ ਐਂਡ ਪੈਸੇ ਨੂੰ ਛੱਡ ਕੇ ਮੈਂ ਬੈਠ ਗਿਆ ਸੀ ਵੀ ਹੁਣ ਨਹੀਂ ਕੁਝ ਕਰਨਾ, ਬੈਠ ਕੇ ਸਾਰਾਂਗੇ ਜੀ। ਤੇ ਫਿਰ ਹੱਥਾਂ ਪੈਰਾਂ ਦੇ ਵਿੱਚ ਹਰਕਤ ਹੋਣੀ ਕਦੋਂ ਸਟਾਰਟ ਹੋਈ? ਕਦੋਂ ਮਾੜਾ ਮੋਟਾ ਇਹਨਾਂ ਨੇ ਚੱਲਣਾ ਸ਼ੁਰੂ ਕੀਤਾ? ਚੱਲਣਾ ਪ੍ਰੋਪਰ ਤਾਂ ਮੈਂ ਹਲੇ ਤੱਕ ਨਹੀਂ ਕੀਤਾ, ਤੁਹਾਨੂੰ ਐਵੇਂ ਕਹਾਂ। ਮਤਲਬ ਸਟਿਲ ਹਲੇ ਤੱਕ ਮੈਂ ਸਟਰੈਂਥ ਡੇਲੀ ਬਿਲਡ ਕਰ ਰਿਹਾ ਵਾਂ, ਠੀਕ ਹੈ ਮੈਮ। ਜਿੰਨੀ ਸਟਰੈਂਥ ਮੇਰੇ 'ਚ ਇਸ ਟਾਈਮ ਹੋਣੀ ਚਾਹੀਦੀ ਸੀ ਉਨੀ ਹੈ ਨਹੀਂ ਗੀ। ਮਤਲਬ ਐਜ਼ ਕੈਪੇਬਿਲਿਟੀਜ਼ ਟੂ ਮੇਰੀ ਜੇ ਮੈਂ ਲਾਵਾਂ, ਬਾਕੀ 24 ਸਾਲ ਦਾ ਮੈਂ, 24 ਸਾਲ ਦੇ ਬੰਦੇ ਵਾਲੀ ਸਟਰੈਂਥ ਮੇਰੇ 'ਚ ਹੈ ਨਹੀਂ ਗੀ ਅੱਜ ਦੇ ਟਾਈਮ ਤੇ ਵੀ, ਠੀਕ ਹੈ। ਬਟ ਮੈਂ ਹਰੇਕ ਡੇ ਆਪਣਾ ਬੈਸਟ ਕਰਦਾ ਵਾਂ ਵੀ ਲਾਸਟ ਡੇ ਨਾਲੋਂ ਮੈਂ ਅੱਜ ਆਪਣਾ ਬੈਟਰਮੈਂਟ ਕਰਾਂ, ਅੱਜ 1% ਬੈਟਰ ਦਵਾਂ ਆਪਦਾ, ਸੋ ਕਿ ਜਿੰਨੀ ਪਿਛਲੇ ਵੀਕ ਜਾਂ ਲਾਸਟ ਡੇ ਮੇਰੇ 'ਚ ਸਟਰੈਂਥ ਸੀਗੀ ਉਸ ਤੋਂ ਵੱਧ ਬਿਲਡ ਕਰਾਂ। ਕਿਉਂਕਿ ਇਹ ਹਿਊਮਨ ਬੋਡੀ ਆ ਮੈਮ, ਦੇਖੋ 2020 'ਚ ਆ ਕੇ ਪਤਾ ਲੱਗਿਆ ਕਿ ਇਹ ਸਿਰਫ ਮੂਵ ਕਰਨ ਨੂੰ ਬਣੀ ਆ, ਬੈਠਣ ਨੂੰ ਨਹੀਂ। ਜਿਹੜਾ ਬੰਦਾ ਇਹ ਚੀਜ਼ ਸਮਝ ਗਿਆ ਵੀ ਨਹੀਂ ਬੈਠਣਾ, ਇਹ ਹਿਊਮਨ ਬੋਡੀ ਬੈਠਣ ਨੂੰ ਨਹੀਂ ਬਣੀ ਹੈਗੀ, ਤਾਂ ਫਿਰ ਉਹ ਬੰਦਾ ਇਹ ਚੀਜ਼ ਸਕਸੀਡ ਕਰ ਲੂ, ਕਦੇ ਵੀ ਅਨਫਿਟ ਨਹੀਂ ਰਹੂਗਾ ਜੀ। ਹਾਂਜੀ ਜੀ। ਤੇ ਫਿਰ ਜਦੋਂ ਪਹਿਲੀ ਵਾਰ ਤੁਸੀਂ ਚੱਲਣਾ ਸ਼ੁਰੂ ਕੀਤਾ, ਉਦੋਂ ਫਿਰ ਤੋਂ ਦੁਬਾਰਾ ਆਇਆ ਕਿ ਬਸ ਹੁਣ ਮੈਂ ਥੋੜੇ ਦਿਨਾਂ ਵਿੱਚ ਤੁਰਨ ਲੱਗ ਜਾਊਂਗਾ, ਜਾਂ ਸਟਰੈਂਥ ਵਾਪਸ ਆਣੀ ਸ਼ੁਰੂ ਹੋ ਗਿਆ, ਮੈਂ ਆਪਣੇ ਗੋਲ ਆ ਜਿਹੜੇ ਦੁਬਾਰਾ ਪੂਰੇ ਕਰੂੰਗਾ, ਫਿਰ ਤੋਂ ਫਿਜ਼ੀਕਲੀ ਫਿਟ ਰਹੂੰਗਾ? ਮੈਨੂੰ ਇੱਕ ਚੀਜ਼ ਇਹ ਪਤਾ ਲੱਗ ਗਈ ਸੀ ਵੀ ਇਹ ਸਲੋ ਪ੍ਰੋਸੈਸ ਆ, ਵੀ ਬਹੁਤ ਸਲੋ ਪ੍ਰੋਸੈਸ ਆ। ਮਤਲਬ ਕਿ ਸਲੋਲੀ ਸਟਰੈਂਥ ਬਿਲਡ ਹੋਊਗੀ, ਠੀਕ ਹੈ। 18 ਤੱਕ ਸਲੋਲੀ ਮੈਂ ਖੜਾ ਹੋਣ ਲੱਗ ਗਿਆ। ਜਦੋਂ ਮੈਂ ਖੜਾ ਹੋਣ ਲੱਗ ਗਿਆ ਮੇਰਾ ਗੋਲ ਮੁੱਕ ਗਿਆ ਵੀ ਬਸ ਹੁਣ ਮੈਂ ਖੜਾ ਹੋਣ ਲੱਗ ਗਿਆ, ਮੈਂ ਹੁਣ ਕੁਝ ਨਹੀਂ ਕਰਨਾ, ਮਾੜਾ ਮੋਟਾ ਤੁਰਨ ਲੱਗ ਗਿਆ। 18 ਤੁਰਨ ਲੱਗ ਕੇ ਕਾਲਜ ਪਹੁੰਚੇ, ਠੀਕ ਹੈ। ਤੁਹਾਨੂੰ ਪਤਾ ਕਾਲਜ ਲਾਈਫ ਕਿੱਦਾਂ ਦੀ ਹੁੰਦੀ ਆ, ਸਾਰਾ ਕੁਝ ਕੰਟੀਨ 'ਚ ਕਿੱਦਾਂ ਦਾ ਹੁੰਦਾ। ਫਿਰ 18 ਤੋਂ 20 ਤੱਕ ਬਹੁਤ ਖਾਧਾ ਗੰਦ ਮੰਦ। ਤੁਸੀਂ ਇਹ ਦੇਖ ਲਓ, ਮੈਂ ਫਿਜ਼ੀਕਲੀ ਇੰਨਾ ਜ਼ਿਆਦਾ ਐਕਟਿਵ ਨਹੀਂ ਸੀਗਾ, ਠੀਕ ਆ। ਹਾਈ ਕੈਲਰੀ ਫੂਡ ਖਾ ਲਏ ਤੇ ਐਕਸੈਸ 'ਚ ਹਾਈ ਕੈਲਰੀਜ਼ ਲੰਬੇ ਟਾਈਮ ਲਈ ਖਾਧੀਆਂ। ਲੰਬੇ ਟਾਈਮ ਖਾਣ ਕਰਕੇ 2018 ਤੋਂ ਲੈ ਕੇ 20 ਤੱਕ ਬਹੁਤ ਜ਼ਿਆਦਾ weight gain ਕਰ ਲਿਆ, ਜਿਹੜਾ ਮੇਰੇ ਜੁਆਇੰਟਸ ਲਈ, ਜਿਹੜਾ ਮੇਰੇ ਲਈ ਵਧੀਆ ਨਹੀਂ ਸੀਗਾ। ਕਿਉਂਕਿ ਮੈਨੂੰ ਪਤਾ ਮੈਂ ਕਿਹੜੀ ਕੰਡੀਸ਼ਨ ਸੀ, ਮੇਰੇ 'ਚ ਇੰਨੀ ਸਟਰੈਂਥ ਹੈ ਨਹੀਂ ਗੀ ਕਿ ਮੇਰੀ ਬੋਡੀ 103 ਕਿਲੋ ਦੇ ਬੰਦੇ ਨੂੰ ਚੱਕ ਕੇ ਤੁਰ ਸਕੇ। ਸਟਰੈਂਥ ਬਹੁਤ ਘੱਟ ਸੀ, weight ਬਹੁਤ ਜ਼ਿਆਦਾ ਸੀਗਾ। 20 'ਚ ਆ ਕੇ ਫੇਰ ਕੰਮ ਉਹੀ ਸਟਾਰਟ ਹੋਣੇ ਲੱਗ ਗਏ। ਮਤਲਬ ਜਿਹੜੀ ਤੁਰਨ ਫਿਰਨ ਵੀ ਲੱਗ ਗਿਆ ਸੀ ਮੈਂ, ਉਹ 20 'ਚ ਆ ਕੇ ਫੇਰ ਡਿਕਲਾਈਨ ਹੋਣ ਲੱਗ ਗਈ, ਪਾਵਰ ਸਟਰੈਂਥ ਡਿਕਲਾਈਨ ਹੋਣ ਲੱਗ ਗਈ, ਕਿਉਂਕਿ weight ਵੱਧਦਾ ਜਾ ਰਿਹਾ ਸੀ, ਸਟਰੈਂਥ ਹੀ ਨਹੀਂ ਸੀ। 20 'ਚ ਆ ਕੇ ਸਟਰੈਂਥ ਘਟਣ ਲੱਗ ਗਈ, ਲੋਕਡਾਊਨ ਲੱਗ ਗਿਆ। ਸ਼ੁਕਰ ਕਰੋ ਲੋਕਡਾਊਨ ਲੱਗ ਗਿਆ ਤਾਂ ਮੈਂ ਇਸ ਚੀਜ਼ ਵੱਲ ਥੋੜਾ ਕੌਨਸ਼ੀਅਸ ਹੋ ਗਿਆ, ਠੀਕ ਆ। ਲੋਕਡਾਊਨ ਲੱਗਿਆ, ਘਰੇ ਬਹਿਣ ਲੱਗ ਗਿਆ, ਘਰੇ ਬਹਿ ਕੇ ਥੋੜਾ ਹੋਰ weight gain ਕੀਤਾ। ਤੇ ਫਿਰ ਘਰੇ ਜੋ ਵਰਕ ਹੁੰਦੇ ਛੋਟੇ ਬਹੁਤ, ਘਰੇ ਮੱਝਾਂ ਰੱਖੀਆਂ ਹੋਈਆਂ, ਦੁੱਧ ਆਪਦਾ ਘਰ ਦਾ ਹੀ ਹੁੰਦਾ ਵਾ, ਇਹ ਸਿਰਫ ਦੁੱਧ ਕਰਕੇ ਰੱਖੀਆਂ ਹੋਈਆਂ ਨੇ। ਸੋ ਉਦੋਂ ਪਤਾ ਲੱਗਣ ਲੱਗਿਆ ਵੀ ਇਹ ਦੁਬਾਰੇ ਕੰਮ ਉਹ ਸਟਾਰਟ ਹੋਣ ਲੱਗ ਗਿਆ, ਸਟਰੈਂਥ ਲਾਸ ਹੋਣੀ ਸਟਾਰਟ ਹੋ ਗਈ। ਤੇ ਫਿਰ ਮੈਂ ਰਿਸਰਚ ਕਰਨੀ ਸ਼ੁਰੂ ਕਰਤੀ ਵੀ ਹੁਣ ਕੰਮ ਕਰਨਾ ਪਊ, ਜੇ ਹੁਣ ਨਾ ਕੀਤਾ ਤਾਂ ਕੰਮ ਨੈਕਸਟ ਫਰਦਰ ਡੈਡ ਆ। ਖੜੇ ਤਾਂ ਹੋ ਗਿਆ, ਦੁਬਾਰੇ ਡਿੱਗਣ ਨੂੰ ਟਾਈਮ ਨਹੀਂ ਲੱਗਣਾ ਹੈਗਾ, ਠੀਕ ਹੈ ਮੈਮ। ਮੈਂ ਇਹ ਚੀਜ਼ ਮੰਨਦਾ ਕਿ weight ਜੇ ਤੁਸੀਂ ਜ਼ਿਆਦਾ ਹੀ ਗੇਨ ਕਰੀ ਫਿਰਦੇ ਹੋ, ਠੀਕ ਹੈ, ਓਬੀਜ਼ ਹੋ,
ਇਹ ਤੁਹਾਨੂੰ ਇੱਕ ਦਿਨ ਨਾ ਇੱਕ ਦਿਨ ਆ ਕੇ ਬਿਠਾ ਦੂਗੀ, ਠੀਕ ਹੈ, ਬਿਨਾਂ ਕਿਸੇ ਚੀਜ਼ ਤੋਂ। ਮਤਲਬ ਤੁਸੀਂ ਸਵਾਦ ਵੀ ਲੈ ਰਹੇ ਹੋ, ਠੀਕ ਹੈ, ਕੋਈ ਦੁੱਖ ਵੀ ਨਹੀਂਗਾ ਤੁਹਾਨੂੰ। ਇੱਕ ਦਿਨ ਤੁਹਾਨੂੰ ਆ ਕੇ ਨੇ ਬਿਠਾ ਦੇਣਾ ਮੰਜੇ ਤੇ, ਠੀਕ ਹੈ। ਬਾਅਦ ਚੋਂ ਤੁਸੀਂ ਪਛਤਾਓਗੇ। ਇਹ ਬਹੁਤ ਸਲੋਲੀ ਘਟੂਗਾ ਫਿਰ। ਜੇ ਇੱਕ ਵਾਰ ਵੀ ਤੁਸੀਂ 100+ ਚਲੇ ਗਏ, ਮੰਨ ਲਓ 1.5-2 ਸਾਲ ਕਿਤੇ ਨਹੀਂ ਗਏ ਤੁਹਾਡੇ ਘਟਾਉਣ ਨੂੰ। ਜੀ 103 ਕਿਲੋ ਸੇ ਹੋ ਗਿਆ ਸੀਗਾ weight, ਉਸ ਤੋਂ ਬਾਅਦ ਚ ਘਟਾਉਣ ਨੂੰ ਕਿੰਨਾ ਟਾਈਮ ਲੱਗਿਆ? ਮੈਨੂੰ ਅਪਰੋਕਸ ਮੰਨ ਲਓ 103 ਤੋਂ ਮੈਂ 60 ਤੱਕ ਗਿਆ ਹੋਇਆ। ਮੇਰਾ ਲੋਐਸਟ 60 ਆ, 59-60 ਆ। ਮੈਂ ਇਹ ਜਿਹੜਾ ਗੋਲ ਸੀਗਾ ਅਚੀਵ ਕੀਤਾ ਸੀਗਾ 16 to 18 ਮੰਥ ਦੇ ਵਿੱਚ, ਠੀਕ ਆ। ਵਿੱਚ ਮੈਂ ਲੋ ਕੈਲਰੀ ਜਾਣ ਕੇ ਗਿਆ ਵਾਂ, ਠੀਕ ਆ। ਵੈਸੇ ਤਾਂ ਕਿਸੇ ਨੂੰ ਜਾਣ ਦੀ ਲੋੜ ਹੈ ਨਹੀਂਗੀ, ਉਹ ਮੈਨੂੰ ਪਤਾ ਸੀ, ਮੈਂ ਮੈਨੇਜ ਕਰ ਸਕਦਾ ਸੀਗਾ ਵੀ ਮੈਨੂੰ ਪਤਾ ਵਾ ਵੀ ਮੈਂ ਕੀ ਚੀਜ਼ ਇੰਪਲੀਮੈਂਟ ਕਰਨੀ ਹੈ। ਜੇ ਲੋ ਕੈਲਰੀ ਵੀ ਜਾਊਂਗਾ ਤਾਂ ਵੀ ਮੈਨੂੰ ਨੁਕਸਾਨ ਨਾ ਹੋਵੇ। ਸੋ 18 ਕੁ ਮਹੀਨੇ ਲੱਗ ਗਏ। ਬਟ ਜੇ ਇਨ ਹੈਲਦੀ ਵੇ ਮੰਨਿਆ ਜਾਵੇ ਤਾਂ ਬੰਦਾ 2 ਸਾਲ ਮੰਨ ਕੇ ਚੱਲੇ, ਜੇ ਤੁਸੀਂ ਇੰਨਾ ਜ਼ਿਆਦਾ ਐਕਸਟ੍ਰੀਮਲੀ ਲਾਸ ਕਰਨਾ 40 ਤੋਂ 45 ਕਿਲੋ। ਤੇ ਹੁਣ ਬੋਡੀ ਕਿਸ ਤਰ੍ਹਾਂ ਰਿਐਕਟ ਕਰਦੀ ਆ? ਹੁਣ ਬੋਡੀ 'ਚ ਕਿੰਨੀ ਕੁ ਸਟਰੈਂਥ ਹੁੰਦੀ ਆ? ਮੈਮ ਹੁਣ ਤਾਂ ਮੈਂ ਤੁਹਾਨੂੰ ਇਹੀ ਕਹੂੰਗਾ ਵੀ ਮੈਂ ਦੇਖੋ ਇੱਕ ਗੋਲ ਬਣਾ ਲਿਆ ਸੀ, ਰੂਲ ਬਣਾ ਲਿਆ ਸੀ ਵੀ ਜਿਹੜਾ ਬੈੱਡ ਆ ਉਹ ਸਿਰਫ ਸੌਣ ਨੂੰ ਯੂਜ਼ ਕਰਨਾ, ਠੀਕ ਆ। ਹੋਰ ਇਹ ਤੋਂ ਕੋਈ ਕੰਮ ਨਹੀਂ ਲੈਣਾ ਹੈਗਾ ਬੈੱਡ ਤੋਂ, ਠੀਕ ਆ। ਸਿਰਫ ਸੌਣਾ ਵਾ ਰਾਤ ਨੂੰ ਜਾ ਕੇ। ਮੈਂ 7 ਜਾਂ 8 ਵਜੇ ਮਾਰਨਿੰਗ ਉੱਠ ਖੜਦਾ, 11 ਵਜੇ ਸੌਂ ਕੇ, ਠੀਕ ਆ। 7 ਤੋਂ ਬਾਅਦ ਰਾਤ ਨੂੰ ਸਿਰਫ ਜਾ ਕੇ 9:30-10 ਵਜੇ ਬਹਿਣਾ ਵਾ, ਠੀਕ ਹੈ। ਕੁਛ ਵੀ ਹੋਵੇ ਮੈਂ ਮੂਵਮੈਂਟ ਲੱਭਣੀ ਆ। ਜੇ ਮੈਂ 4 ਵਜੇ ਵੀ ਵਿਹਲਾ ਹੋ ਗਿਆ ਸ਼ਾਮ ਨੂੰ, ਕੋਈ ਮੂਵਮੈਂਟ ਲੱਭ ਲੈਣੀ ਆ, ਜਾਂ ਕਿਸੇ ਯਾਰ ਮਿੱਤਰ ਦਾ ਕੋਈ ਕੰਮ ਆ, ਠੀਕ ਆ, ਪਿੰਡ 'ਚ ਰਹਿੰਦੇ ਆ, ਠੀਕ ਆ, ਉੱਥੇ ਸਿਰਫ ਤੁਰ ਕੇ ਹੀ ਕੰਮ ਚੱਲਦਾ ਵਾ, ਠੀਕ ਆ। ਜੇ ਮੈਂ ਕੋਈ ਵੀ ਮੂਵਮੈਂਟ ਲੱਭਣੀ ਆ ਡੇਲੀ, ਦੁਕਾਨ ਤੱਕ ਜਾਣਾ ਤਾਂ ਤੁਰ ਕੇ ਜਾਣਾ ਵਾ। ਕੋਈ ਲੋੜ ਨਹੀਂ ਹੈਗੀ ਸਾਈਕਲ ਦੀ, ਕੋਈ ਲੋੜ ਨਹੀਂ ਹੈਗੀ ਬਾਈਕ ਦੀ। ਜੀ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਇਹ ਸੋਚਦੇ ਹੋ ਕਿ ਮਤਲਬ ਫਿਜ਼ੀਕਲੀ ਐਕਟੀਵਿਟੀ ਹੋਵੇ, ਤੁਰਨਾ ਫਿਰਨਾ ਜਾਂ ਆਪਣੇ ਹੱਥੀਂ ਕੰਮ ਕਰਨਾ ਹੋਵੇ? ਯੈਸ ਮੈਮ, ਇਹੀ ਮੈਂ ਕਹਿ ਰਿਹਾ ਮੈਂ ਵੀ ਦੇਖੋ ਆਪਣੀ ਹਿਊਮਨ ਬੋਡੀ ਹੈ, ਪਹਿਲਾਂ ਵੀ ਕਿਹਾ ਵਾ ਮੈਂ ਵੀ, ਇਹ ਸਿਰਫ ਤੋਰੇ ਫੇਰੇ ਨੂੰ ਬਣੀ ਹੈ, ਇਹ ਬੈਠਣ ਲਈ ਨਹੀਂ ਬਣੀ ਹੈਗੀ। ਜਿੰਨੀ ਛੇਤੀ ਬੈਠੋਗੇ ਓਨੀ ਛੇਤੀ ਮਰੋਗੇ, ਠੀਕ ਆ। ਜੇ ਤੁਸੀਂ ਅੱਜ ਬਹਿ ਗਏ ਹੋ 20 ਸਾਲ ਦੇ, 40 ਸਾਲ ਅਗਲੇ ਸਾਲ ਤੁਸੀਂ ਇਹ ਸੋਚਦੇ ਹੋ ਵੀ ਦਾਰੂ ਬੀਅਰ ਪੀ ਕੇ ਕੱਢਣੀ ਆ, ਜਾਂ ਫਿਰ ਪਲੇ ਸਟੇਸ਼ਨ ਖੇਡਦੇ ਹੋ ਕੱਢਣੀ ਆ, ਜਾਂ ਨੈਟਫਲਿਕਸ ਦੇਖਦੇ ਹੋ ਕੱਢਣੀ ਆ 20-40 ਸਾਲ, ਤਾਂ ਇਹਦਾ ਕੋਈ ਫਾਇਦਾ ਨਹੀਂ। ਤੁਸੀਂ ਛੇਤੀ ਮਰੋਗੇ। 100+ ਜਿਉਣ ਲਈ ਜਿਹੜੇ 100+ ਤੁਸੀਂ ਪਿੱਛੇ ਛੱਡ ਕੇ ਆਏ ਹੋ ਨਾ 100 ਸਾਲ, ਉਹਨਾਂ ਤੇ ਵਰਕ ਕਰਨਾ ਪੈਂਦਾ ਜੀ। ਫਿਰ ਇੱਕ ਹੋਰ ਗੱਲ ਜਿਹੜੀ ਤੁਸੀਂ ਸਾਨੂੰ ਦੱਸਦੇ ਪਏ ਸੀਗੇ ਕਿ ਜਦੋਂ ਤੁਸੀਂ ਥੈਰੇਪੀ ਕਰਵਾਉਣ ਜਾਂਦੇ ਸੀ ਤਾਂ ਤੁਹਾਨੂੰ ਕਿਹਾ ਗਿਆ ਸੀਗਾ ਕਿ ਕਟਿੰਗ ਕਰਾ ਲਓ। ਮੈਮ ਹਾਂਜੀ, ਦੇਖੋ ਮੈਮ ਸੀਨ ਇਹ ਸੀਗਾ, ਦੇਖੋ ਮੇਰੇ ਤੋਂ ਏਦਾਂ ਬਾਜੂਆਂ ਜਿਹੜੀਆਂ ਸੀਗੀਆਂ ਉਹ ਪਿੱਕ ਨਹੀਂ ਹੁੰਦੀਆਂ, ਚੱਕ ਨਹੀਂ ਹੁੰਦੀਆਂ ਸੀਗੀਆਂ, ਉੱਤੇ ਪੁੱਲ ਨਹੀਂ ਹੁੰਦੀਆਂ ਸੀਗੀਆਂ। ਸੋ ਕੀ ਸੀਨ ਸੀ, ਪਰਨਾ ਡੇਲੀ ਬੰਨਣਾ ਪੈਂਦਾ ਸੀਗਾ, ਤੁਹਾਨੂੰ ਪਤਾ, ਠੀਕ ਹੈ। ਪਹਿਲਾਂ ਤਾਂ ਜਦੋਂ ਪਾਪਾ ਘਰੇ ਸੀਗੇ ਜਾਂ ਬ੍ਰਦਰ ਘਰੇ ਹੁੰਦਾ ਸੀਗਾ, ਠੀਕ ਆ, ਉਹ ਬੰਨ ਦਿੰਦੇ ਹੁੰਦੇ ਸੀ, ਜਿੱਦਾਂ ਦਾ ਵੀ ਬੰਨਿਆ ਜਾਂਦਾ ਸੀਗਾ। ਬਟ ਉਹ ਇੱਕ ਏਦਾਂ ਦੀ ਚੀਜ਼ ਆ ਕਿ ਆਪਾਂ ਐਵੇਂ ਲਪੇਟ ਕੇ ਜਾ ਨਹੀਂ ਸਕਦੇ ਹੈਗੇ ਗੰਦਾ ਜਿਹਾ। ਮੈਨੂੰ ਅੰਦਰੋਂ ਫੀਲ ਹੁੰਦਾ ਸੀਗਾ ਵੀ ਨਹੀਂ ਯਾਰ, ਜੇ ਤਾਂ ਬੰਨਣਾ ਚੱਜ ਨਾਲ ਬੰਨਣਾ, ਨਹੀਂ ਤਾਂ ਬੰਨਣਾ ਹੀ ਨਹੀਂਗਾ, ਠੀਕ ਆ। ਸੋ ਕਈ ਲੋਕਾਂ ਨੇ ਸੁਜੈਸਟ ਕੀਤਾ ਵੀ ਜੇ ਬਾਹਲਾ ਹੀ ਆ, ਜਾਂ ਉੱਥੇ ਵੀ ਹਸਪੀਟਲ 'ਚ ਵੀ ਗਏ ਨੇ ਸੁਜੈਸਟ ਕੀਤਾ ਵੀ ਤੁਸੀਂ ਇਹ ਕਰੋ ਵੀ ਵਾਲ ਕਟਵਾ ਲਓ। ਬਟ ਨਾ ਘਰ ਦੇ ਮੰਨੇ, ਨਾ ਮੇਰਾ ਅੰਦਰੋਂ ਦਿਲ ਮੰਨਦਾ ਸੀ ਵੀ ਇਹ ਕੰਮ ਨਹੀਂ ਕਰਨਾ ਹੈਗਾ, ਬਿਕੋਜ਼ ਮੈਂ ਉਸ ਟਾਈਮ ਤਾਂ ਘੱਟ ਸੀ, ਅੱਜ ਦੇ ਟਾਈਮ ਤੇ ਵੱਧਦਾ। ਬਟ ਉਦੋਂ ਵੀ ਮੈਂ ਉਸ ਤੋਂ ਮਤਲਬ ਕਹਿ ਦਈਏ ਵੀ 10th ਤੋਂ ਪਹਿਲਾਂ ਮੈਂ ਬਹੁਤ ਧਰਮ ਦੇ ਨਾਲ ਜੁੜਿਆ ਹੋਇਆ ਸੀਗਾ, ਠੀਕ ਆ। ਮੈਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੜ੍ਹਦਾ ਰਹਿੰਦਾ ਹੁੰਦਾ ਸੀ, ਗੁਰੂ ਨਾਨਕ ਦੇਵ ਜੀ ਦੇ ਬਾਰੇ ਪੜ੍ਹਦਾ ਰਹਿੰਦਾ ਹੁੰਦਾ ਸੀ, ਉਹਨਾਂ ਦੇ ਲਰਨਿੰਗਸ ਬਾਰੇ ਪੜ੍ਹਦਾ ਹੁੰਦਾ ਸੀ। ਮਤਲਬ ਜੋ ਚੀਜ਼ ਮੈਂ ਇੰਪਲੀਮੈਂਟ ਕਰਕੇ ਅੰਦਰ ਆਪਦੀ ਲਾਈਫ ਦੇ ਉਹਨੂੰ ਬੈਟਰ ਕਰ ਸਕਦਾ। ਸੋ ਇਹ ਚੀਜ਼ ਮੇਰਾ ਦਿਲ ਨਹੀਂ ਮੰਨਿਆ ਹੈਗਾ ਵਾਲ ਕਟਾਉਣ ਨੂੰ। ਸੋ ਔਖੇ ਸੌਖੇ ਟਾਈਮ ਕੱਢ ਲਿਆ, ਬਟ ਇੱਥੇ ਤੱਕ ਪਹੁੰਚ ਕੇ ਦੇਖੋ ਅੱਜ ਫੇਰ ਵੀ ਸਿਰ ਤੇ ਵਾਲ ਹੈਗੇ ਆ ਜੀ। ਹਾਂਜੀ। ਤੇ ਹੁਣ ਕਿੱਦਾਂ ਦਾ ਲੱਗਦਾ ਕਿ ਉਹ ਇਹ ਫੇਸ ਸੀਗਾ ਜਿਹੜਾ ਬਹੁਤ ਡਾਊਨ ਕਰ ਦਿੰਦਾ ਬੰਦੇ ਨੂੰ, ਹਨਾ, ਅੰਦਰੋਂ ਬੰਦਾ ਟੁੱਟ ਜਾਂਦਾ, ਲੇਕਿਨ ਅੱਜ ਤੁਸੀਂ ਤੁਰ ਫਿਰ ਰਹੇ ਹੋ, ਬੈਠੇ ਹੋ, ਕਿਸ ਤਰ੍ਹਾਂ ਦਾ ਲੱਗ ਰਿਹਾ? ਮੈਮ ਹੁਣ ਤਾਂ ਬਹੁਤ ਘੈਂਟ ਲੱਗਦਾ ਜੀ। ਦੇਖੋ ਅੱਜ ਦੀ ਸਿਚੁਏਸ਼ਨ ਇਹ ਆ ਵੀ ਮਤਲਬ ਕੋਈ એનર્ਜੀ ਸਵਿੰਗਸ ਨਹੀਂ, ਕਦੇ એનર્ਜੀ ਡਾਊਨ ਨਹੀਂ ਹੁੰਦੀ। ਮਤਲਬ ਕਹਿ ਦਈਏ, ਠੀਕ ਹੈ, ਬਸ ਸਟ੍ਰੈਸ ਫੈਕਟਰ ਅਪ ਚਲੇ ਗਿਆ, ਜਾਂ ਫਿਰ ਕਹਿ ਦਈਏ ਕੋਈ ਇਦਾਂ ਦੀ ਇਮੋਸ਼ਨਲ ਗੱਲ ਹੋ ਗਈ, ਉਦੋਂ એનર્ਜੀ ਅਪ ਡਾਊਨ ਚੱਲਦੀ ਰਹਿੰਦੀ ਹੈ, ਨੈਚੁਰਲ ਆ, ਠੀਕ ਹੈ, ਹਿਊਮਨ ਬੋਡੀ ਆ। ਬਟ ਏਦਾਂ ਹੀ ਵਿਦਾਊਟ ਵਜ੍ਹਾ ਦਾ ਕੋਈ ਕਦੇ એનર્ਜੀ ਲੋ ਨਹੀਂ ਹੋਈ, ਮੂਡ ਸਵਿੰਗ ਨਹੀਂ ਹੋਇਆ ਵੀ ਕਦੇ ਮੂਡ ਅਪ ਚਲੇ ਗਿਆ, ਡਾਊਨ ਚਲੇ ਗਿਆ। ਟੋਟਲੀ ਥਰੂ ਆਊਟ ਦਾ ਡੇ એનર્ਜੀ ਸੇਮ ਰਹਿੰਦੀ ਆ। ਸ਼ਾਮ ਨੂੰ ਸੌਣ ਵੇਲੇ ਆਪੇ ਨੀਂਦ ਆ ਜਾਂਦੀ ਆ ਵਿਦਿਨ ਦੇ 5 ਮਿੰਟ। ਕੋਈ ਏਦਾਂ ਨਹੀਂਗਾ ਵੀ ਘੰਟਾ ਓਵਰ ਥਿੰਕਿੰਗ ਕਰੀ ਜਾਣੀ ਹੈ। ਮਾਈਂਡ ਫੋਕਸਡ ਆ। ਹੁਣ ਕਹਿ ਦਈਏ ਵੀ ਗੋਲ ਪਤਾ ਵਾ ਇਹਨੇ ਡੇਲੀ ਕੀ ਕਰਨਾ ਵਾ, ਠੀਕ ਹੈ, ਇਹਨੂੰ ਸਬਕੌਂਸ਼ੀਅਸ ਚੀਜ਼ਾਂ ਬਿਠਾ ਚੁੱਕਿਆ ਵਾ ਵੀ ਡੇਲੀ ਤੇਰਾ ਆਹੀ ਕੰਮ ਆ, ਜੇ ਇਹ ਨਹੀਂ ਕਰੇਗਾ ਤਾਂ ਫਿਰ ਔਖਾ ਹੋਊਗਾ ਜੀ। ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਨੌਜਵਾਨਾਂ ਨੂੰ, ਹੋਰਾਂ ਨੂੰ ਵੀ? ਮੈਸੇਜ ਤਾਂ ਇਹੀ ਆ ਮੈਮ, ਗੱਲ ਸਟ੍ਰੇਟ ਫਾਰਵਰਡ ਜੀ ਆ ਵੀ ਰੀਲਾਂ ਤੇ ਟਾਈਮ ਗਾਲਣਾ ਛੱਡ ਦੋ। ਬਹੁਤ ਕਹਿ ਦਈਏ ਵੀ ਜਿਹੜੇ ਕ੍ਰੀਏਟ ਕਰ ਰਹੇ, ਚਲੋ ਉਹਨਾਂ ਨੂੰ ਤਾਂ ਬੈਨੀਫਿਟ ਆ, ਉਹ ਨੱਚ ਰਹੇ ਆ, ਠੀਕ ਆ, ਜੋ ਕੁਝ ਵੀ ਕਰ ਰਹੇ ਉਹਨਾਂ ਦਾ ਦਿਲ ਕਰ ਰਿਹਾ, ਉਹ ਕ੍ਰੀਏਟ ਕਰ ਰਿਹਾ ਕੰਟੈਂਟ, ਉਹਨਾਂ ਨੂੰ ਪੈਸੇ ਮਿਲ ਰਿਹਾ। ਬਟ ਤੁਸੀਂ ਉਹਨਾਂ ਦਾ ਕੰਟੈਂਟ ਜਾਂ ਉਹਨਾਂ ਦੀ ਲਾਈਫ ਸਟਾਈਲ ਦੇਖ ਕੇ ਆਪਦਾ ਟਾਈਮ ਵੇਸਟ ਕਰ ਰਹੇ ਹੋ, ਠੀਕ ਹੈ। ਇੰਸਟਾਗ੍ਰਾਮ ਹੋ ਗਿਆ, YouTube ਹੋ ਗਿਆ, ਬਹੁਤ ਨੌਲੇਜ ਪਈ ਆ, ਮਤਲਬ ਇੰਨੀ ਕੁ ਜ਼ਿਆਦਾ ਨੌਲੇਜ ਪਈ ਆ ਫ੍ਰੀ ਦੇ ਵਿੱਚ। ਟੈਲੀਗ੍ਰਾਮ ਹੈਗਾ, ਮੈਂ ਐਵਰੀਥਿੰਗ, ਜਿਹੜਾ ਵੀ ਕੋਰਸ ਤੁਸੀਂ ਪੜ੍ਹਨਾ ਚਾਹੁੰਦੇ ਹੋ ਫ੍ਰੀ 'ਚ ਅਵੇਲੇਬਲ ਆ, ਠੀਕ ਆ। ਸਾਰਿਆਂ ਦੇ ਮੋਡ ਪਏ ਆ, APK ਪਏ ਆ, ਠੀਕ ਆ ਜੀ। ਤੁਸੀਂ ਜਿਹੜਾ ਟਾਈਮ ਰੀਲਾਂ ਤੇ ਇਨਵੈਸਟ ਕਰ ਰਹੇ ਹੋ, ਠੀਕ ਆ, ਗੱਡੀ ਆਉਂਦੀ ਇੰਡੈਵਰ ਦੇਖ ਲਈ, ਜਾਂ
ਕਿਤੇ ਵੱਡੀ ਜਗ੍ਹਾ ਤੇ ਬੰਦਾ ਬੈਠਾ ਦੇਖ ਲਿਆ ਜਾਂ ਕੁੜੀਆਂ ਦੇਖ ਲਿਆ, ਠੀਕ ਆ, ਰੀਲਾਂ ਦੇ ਉੱਤੇ। ਇਹ ਚੀਜ਼ਾਂ ਨੂੰ ਛੱਡ ਕੇ ਟਾਈਮ ਇਨਵੈਸਟ ਕਰੋ, ਵਧੀਆ ਜਿਹਾ ਇਨਫਲੂਐਂਸਰ ਇੰਸਟਾਗ੍ਰਾਮ ਤੇ ਫੋਲੋ ਕਰੋ, ਠੀਕ ਆ। ਵਧੀਆ ਜਿਹੇ ਇਨਫਲੂਐਂਸਰ ਦਾ ਕੀ ਫਾਇਦਾ ਹੋਇਆ, ਮੈਂ ਦੇਖੋ, ਜੇ ਤੁਸੀਂ ਇੰਸਟਾਗ੍ਰਾਮ ਜਾਂ YouTube ਤੇ ਵਧੀਆ ਜਿਹਾ ਇਨਫਲੂਐਂਸਰ ਫੋਲੋ ਕਰ ਲਓਗੇ ਤਾਂ ਉਹਦੇ ਅਕਾਊਂਟ ਤੇ ਸਾਰੀਆਂ A to Z ਜਿਹੜੀਆਂ ਵੀਡੀਓਜ਼ ਉਹ ਦੇਖ ਲਓ, ਠੀਕ ਆ, ਲਰਨਿੰਗ ਦੇ, ਠੀਕ ਆ। ਜੇ ਤੁਸੀਂ ਉਹ ਸਾਰੀਆਂ ਵੀਡੀਓਜ਼ ਦੇਖ ਲਿਆ ਤਾਂ ਤੁਹਾਨੂੰ ਕਿਸੇ ਕੋਲ ਡਾਈਟੀਸ਼ੀਅਨ ਕੋਲੇ ਜਾਂ ਕਿਸੇ ਵੀ ਕਹਿ ਦਈਏ ਥੈਰੇਪਿਸਟ ਜਾਂ ਵਰਕਆਊਟ ਵਾਲੇ ਬੰਦੇ ਕੋਲ ਡਿਜ਼ਾਈਨ ਕਰਾਉਣ ਦੀ ਲੋੜ ਨਹੀਂਗੀ। ਤੁਹਾਨੂੰ ਸਾਰਾ ਕੁਝ ਉਹ ਯੂਟਿਊਬਰ ਜਾਂ ਇੰਸਟਾਗ੍ਰਾਮਰ ਤੋਂ ਮਿਲ ਜੂ। ਮੈਂ ਤਾਂ ਆਪ ਮੈਮ ਵੀਡੀਓਜ਼ ਪਾਉਂਦਾ ਵਾ ਇੰਸਟਾਗ੍ਰਾਮ ਤੇ, ਸਾਰਾ ਕੁਝ A to Z, ਮਤਲਬ ਕਹਿ ਦਈਏ ਜਿਹਨੇ ਪਤਲਾ ਹੋਣਾ ਜਾਂ ਫਿਰ ਕੋਈ ਫਿਟ ਰਹਿਣਾ ਵਾ, ਮੇਰੀਆਂ ਸਾਰੀਆਂ A ਤੋਂ ਲੈ ਕੇ Z ਤੱਕ ਵੀਡੀਓਜ਼ ਦੇਖ ਲਓ। ਜੇ ਮੇਰੀਆਂ ਨਹੀਂ ਦੇਖਣੀਆਂ, ਮੇਰੇ ਤੋਂ ਐਕਸਪੀਰੀਅੰਸ ਬੰਦੇ ਦੇਖਣੀਆਂ, ਇੱਕ ਵੀਰਾ ਵਾ ਆਪਣੇ 6 ਪੈਕ, ਉਹਨਾਂ ਦਾ ਚੈਨਲ ਆ, ਦਮਨ ਸਿੰਘ ਨਾਮ ਆ ਉਹਨਾਂ ਦਾ, ਠੀਕ ਆ। ਉਹਨਾਂ ਦੀਆਂ A to Z ਸਾਰੀਆਂ ਵੀਡੀਓਜ਼ ਦੇਖ ਲਓ, ਕਿਸੇ ਡਾਈਟੀਸ਼ੀਅਨ ਦੀ ਲੋੜ ਨਹੀਂ, ਕਿਸੇ ਡਾਕਟਰ ਦੀ ਲੋੜ ਨਹੀਂ, ਠੀਕ ਹੈ ਮੈਮ। ਸਾਰਾ ਕੁਝ ਤੁਸੀਂ ਘਰੇ ਬੈਠੇ ਬੈਠੇ ਸਿੱਖ ਜਾਓਗੇ, ਬਟ ਬਲੀਵ ਕਰਿਓ ਤੇ ਉਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਿਓ। ਕੱਲੀਆਂ ਪੜ੍ਹ ਕੇ ਸੁਣ ਕੇ ਖਾਣੇ 'ਚ ਪਾ ਕੇ ਕੁਝ ਨਹੀਂ ਬਣਨਾ, ਜਿੰਨ ਚਿਰ ਉਹਨੂੰ ਤੁਸੀਂ ਰੀਅਲ ਲਾਈਫ ਦੇ ਵਿੱਚ ਐਕਸ਼ਨ ਨਹੀਂ ਲੈਂਦੇ ਹੈਗੇ। ਜੀ ਸੋ ਇਸ ਨਾਲ ਸਾਡੇ ਨਾਲ ਵੀਰ ਜੀ ਜਿਨ੍ਹਾਂ ਨੇ ਆਪਣੀ ਲਾਈਫ ਦੇ ਵਿੱਚ ਕਾਫੀ ਬੁਰਾ ਫੇਸ ਵੀ ਦੇਖਿਆ ਹੈ ਕਿ ਜ਼ਿੰਦਗੀ ਤੇ ਮੌਤ ਦਾ ਸਵਾਲ ਵੀ ਬਣ ਗਿਆ ਸੀਗਾ ਇਹਨਾਂ ਦੀ ਜ਼ਿੰਦਗੀ। ਡਾਕਟਰਸ ਨੇ ਵੀ ਕਹਿਤਾ ਸੀਗਾ ਕਿ ਹੁਣ ਬਾਡੀ ਹੈ ਜਿਹੜੀ ਉਹ ਮੂਵ ਨਹੀਂ ਕਰੇਗੀ, ਇਸੇ ਤਰ੍ਹਾਂ ਰਹਿਣਾ ਪਏਗਾ ਜਦ ਤੱਕ ਜ਼ਿੰਦਗੀ ਹੈ। ਲੇਕਿਨ ਵੀਰੇ ਦੀ ਹਿੰਮਤ ਨੇ ਤੇ ਜੋ ਉਹਨਾਂ ਨੇ ਖੁਦ ਰਿਸਰਚ ਕਰਕੇ ਇੰਪਲੀਮੈਂਟ ਕੀਤਾ, ਉਹਦੇ ਕਰਕੇ ਅੱਜ ਵੀਰਾ ਤੁਹਾਡੇ ਸਾਹਮਣੇ ਬੈਠਾ ਹੈ। ਇਹ ਉਹੀ ਵੀਰਾ ਹੈ ਜਿਹੜਾ ਕਦੀ ਉਹ ਹਿੱਲ ਤੱਕ ਨਹੀਂ ਪਾਉਂਦਾ ਸੀ, ਖੁਦ ਆਪਣੇ ਆਪ ਰੋਟੀ ਤੱਕ ਨਹੀਂ ਖਾ ਪਾਉਂਦਾ ਸੀ, ਤੇ ਹੁਣ ਉਹਨਾਂ ਦੀ ਹਿੰਮਤ ਨੇ ਜਾਂ ਉਹਨਾਂ ਦੀ ਨੌਲੇਜ ਨੇ ਅੱਜ ਉਹਨਾਂ ਨੂੰ ਇੱਥੇ ਬਿਠਾਇਆ ਹੋਇਆ ਹੈ। ਅਜੇ ਵੀ ਬੋਡੀ ਥੋੜੀ ਸਟਰੈਂਥ ਘੱਟ ਹੈ, ਬਟ ਜਿੰਨੀ ਪੋਜ਼ਿਟਿਵਿਟੀ ਉਹਨਾਂ ਦੇ ਵਿੱਚ ਹੈਗੀ ਹੈ, ਸਾਨੂੰ ਨਹੀਂ ਲੱਗਦਾ ਕਿ ਇਹ ਜ਼ਿਆਦਾ ਦੇਰ ਤੱਕ ਰਹੂਗੀ। ਵੀਰੇ ਨੇ ਫਿਰ ਤੋਂ ਸਟਰੈਂਥ ਹੈ ਜਿਹੜੀ ਕਿ ਗੇਨ ਕਰ ਲੈਣੀ ਹੈ, ਜੋ ਗੋਲ ਆ ਉਹ ਜ਼ਰੂਰ ਪੂਰਾ ਕਰਨਗੇ। ਇੱਕ ਬਹੁਤ ਵਧੀਆ ਮੈਸੇਜ ਵੀ ਵੀਰੇ ਨੇ ਦਿੱਤਾ ਕਿ ਜਿਹੜੇ ਆਪਣਾ ਲਾਈਫ ਆ ਉਹਨੂੰ ਖਰਾਬ ਨਾ ਕਰੋ, ਆਪਣੇ ਟਾਈਮ ਨੂੰ ਖਰਾਬ ਨਾ ਕਰੋ ਦੂਸਰਿਆਂ ਦੇ ਪਿੱਛੇ ਲੱਗ ਕੇ, ਤੇ ਕੁਝ ਚੰਗੀਆਂ ਚੀਜ਼ਾਂ ਦੇਖੋ ਤੇ ਉਹਨਾਂ ਦੀ ਆਦਤ ਪਾਓ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਕੰਮ ਆ ਸਕਣ। ਕੈਮਰਾਮੈਨ ਅਕਸ਼ਰ ਦੇ ਨਾਲ ਮੈਂ ਈਸ਼ਾ, ਪ੍ਰੋ ਪੰਜਾਬ, ਲੁਧਿਆਣਾ।